ਗੁਰਬਾਣੀ ਸ਼ਬਦ ਵਿਚਾਰ। ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤਾ। ਪਵਿੱਤਰ ਬਾਣੀ ਅੱਜ ਦੇ ਪਾਵਨ ਸ਼ਬਦ ਦੀ ਵਿਚਾਰ ਨਾਲ ਸਾਂਝ ਪਾਉਣ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਚਾਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਜੁੜਨ ਦਾ ਯਤਨ ਕਰੀਏ। ਸਤਿਗੁਰੂ ਜੀ ਅੱਜ ਦੇ ਸ਼ਬਦ ਰਾਹੀਂ ਜੋ ਸਾਨੂੰ ਮਨੁੱਖੀ ਦੁਨਿਆਵੀ ਜੀਵਾਂ ਨੂੰ ਸਮਝਾਉਣਾ ਚਾਹੁੰਦੇ ਹਨ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਪੰਜਵਾ। ਮੇਰੇ ਮਨ ਹਰ ਬਿਨ ਅਵਰ ਨਾ ਕੋਏ, ਪ੍ਰਭ ਸਰਣਾਈ ਸਦਾ ਰਹੋ, ਦੁਖ ਨਾ ਵਿਆਪੈ ਕੋਏ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਲੜੀਵਾਰ ਗੁਰਬਾਣੀ ਸ਼ਬਦ ਵਿਚਾਰ ਦਾ ਲਾਹਾ ਪ੍ਰਾਪਤ ਕਰਦੇ ਆ ਰਹੇ ਹੋ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਵੱਲੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਸ਼੍ਰੀ ਰਾਗ ਦੇ ਵਿੱਚ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 47 ਉੱਪਰ ਸੁਭਾਏਮਾਨ ਹੈ। ਸ਼ਬਦ ਦਾ ਕੇਂਦਰੀ ਭਾਵ ਜੋ ਰਹਾਉ ਵਾਲੀ ਪੰਕਤੀ, ਜਿਸ ਅੰਦਰ ਮਨ ਰਾਹੀਂ ਅਸੀਂ ਇਹ ਸਮਝਣ ਦਾ ਯਤਨ ਕਰਨਾ ਹੈ ਕਿ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਸ਼ਰਨ ਤੋਂ ਬਿਨਾਂ ਹੋਰ ਕੋਈ ਐਸੀ ਸ਼ਰਨ ਥਾਂ ਟਿਕਾਣਾ ਨਹੀਂ ਜਿੱਥੇ ਅਸੀਂ ਆਪਣੇ ਜੀਵਨ ਦੇ ਦੁੱਖ ਮੁਕਾ ਸਕੀਏ, ਜਿੱਥੇ ਸਾਡੀ ਜ਼ਿੰਦਗੀ ਵਿੱਚ ਦੁੱਖਾਂ ਤੋਂ ਛੁਟਕਾਰਾ ਹੋ ਸਕੇ। ਇੱਕੋ ਇੱਕ ਸ਼ਰਨ ਹੈ, ਉਹ ਹੈ ਪਰਮੇਸ਼ਵਰ ਦੀ। ਇਹ ਅਸੀਂ ਆਪਣੇ ਮਨ ਨੂੰ ਸਮਝਾਉਣਾ ਹੈ, ਕਿਉਂਕਿ ਮਨ ਬਹੁਤਿਆਂ ਤੇ ਆਸ ਰੱਖ ਕੇ ਬੈਠਾ ਹੈ ਤੇ ਬਹੁਤਿਆਂ ਦੀ ਸ਼ਰਨ ਦੇ ਵਿੱਚ ਜਾਣ ਨੂੰ ਤਿਆਰ ਹੈ। ਮਨ ਕਹਿੰਦਾ ਹੈ ਤੂੰ ਫਲਾਣੇ ਦੀ ਸ਼ਰਨ ਵਿੱਚ ਵੀ ਚਲਾ ਜਾ, ਤੂੰ ਫਲਾਣੇ ਦੀ ਸ਼ਰਨ ਵਿੱਚ ਵੀ ਚਲਾ ਜਾ, ਤੇ ਮਨ ਪਤਾ ਨਹੀਂ ਕਿੰਨਿਆਂ ਦੀ ਸ਼ਰਨ ਵਿੱਚ ਜਾਣ ਨੂੰ ਤਿਆਰ ਹੈ। ਪਰ ਗੁਰੂ ਸਾਹਿਬ ਜੀ ਕਹਿੰਦੇ ਕੋਈ ਲਾਭ ਨਹੀਂ ਹੋਣਾ। ਜਿਹੜਾ ਦੁੱਖ ਅਸੀਂ ਮੁਕਾਉਣਾ ਚਾਹੁੰਦੇ ਹਾਂ ਉਹ ਕੇਵਲ ਪ੍ਰਭੂ ਦੀ ਸ਼ਰਨ ਦੇ ਵਿੱਚ ਆ ਕੇ ਹੀ ਹੈ। ਜੇ ਸਾਡਾ ਇਹ ਵਿਚਾਰ, ਇਹ ਗੱਲ ਸਾਡਾ ਮਨ ਮੰਨ ਲਵੇ ਤਾਂ ਸਾਡੀ ਜ਼ਿੰਦਗੀ ਵਿੱਚੋਂ ਦੀ ਪਰਮੇਸ਼ਵਰ ਤੋਂ ਵਿਛੜਨ ਦਾ ਔਰ ਇਹ ਜਿਹੜਾ ਜੰਮਣ ਮਰਨ ਆਵਾਗਮਨ ਦਾ ਦੁੱਖ ਹੈ, ਇਹ ਮੁੱਕ ਸਕਦਾ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਆਪਣੇ ਆਪਣੇ ਮਨ ਨੂੰ ਆਖੋ, ਮੇਰੇ ਮਨ ਹਰ ਬਿਨ ਅਵਰ ਨ ਕੋਏ। ਹਰ ਪਰਮੇਸ਼ਵਰ, ਹਰੀ ਵਾਹਿਗੁਰੂ ਜੀ ਤੋਂ ਬਿਨਾਂ ਹੋਰ ਕੋਈ ਵੀ ਨਹੀਂ ਹੈ। ਕੋਈ ਦੂਜਾ ਨਹੀਂ, ਕੋਈ ਤੀਜਾ ਨਹੀਂ, ਕੋਈ ਚੌਥਾ ਨਹੀਂ। ਹੇ ਮੇਰੇ ਮਨ, ਪਰਮੇਸ਼ਵਰ ਤੋਂ ਬਿਨਾਂ ਹੋਰ ਕੋਈ ਦੂਜਾ ਨਹੀਂ। ਪ੍ਰਭ ਸ਼ਰਨਾਈ ਸਦਾ ਰਹੋ। ਇਸ ਲਈ ਤੂੰ ਪ੍ਰਭੂ ਦੀ
ਸ਼ਰਨ ਦੇ ਵਿੱਚ ਆ ਤੇ ਸਦਾ ਪ੍ਰਭੂ ਦੀ ਸ਼ਰਨ ਵਿੱਚ ਹੀ ਰਹਿ। ਜਦੋਂ ਤੂੰ ਪ੍ਰਭੂ ਦੀ ਸ਼ਰਨ ਵਿੱਚ ਰਵੇਂਗਾ, ਦੁੱਖ ਨਾ ਵਿਆਪੈ ਕੋਏ। ਮਹਾਰਾਜ ਕਹਿੰਦੇ ਫਿਰ ਤੈਨੂੰ ਦੁੱਖ ਨਹੀਂ ਵਿਆਪੇਗਾ, ਕੋਈ ਦੁੱਖ ਤੈਨੂੰ ਤੰਗ ਪਰੇਸ਼ਾਨ ਨਹੀਂ ਕਰੇਗਾ, ਤੇਰੀ ਚਿੰਤਾ ਨੂੰ ਨਹੀਂ ਵਧਾਏਗਾ, ਤੇਰੀਆਂ ਪਰੇਸ਼ਾਨੀਆਂ ਨੂੰ ਨਹੀਂ ਵਧਾਏਗਾ। ਜੇ ਤੂੰ ਪ੍ਰਭ ਸ਼ਰਨਾਈ ਸਦਾ ਰਹੋ, ਸਦਾ ਦਾ ਅਰਥ ਹਰ ਵੇਲੇ, ਹਮੇਸ਼ਾ। ਸਮਾਂ ਜਿੱਦਾਂ ਦਾ ਮਰਜ਼ੀ ਆ ਜਾਏ, ਦੁੱਖ ਸੁੱਖ ਵਾਲਾ ਆ ਜਾਏ, ਖੁਸ਼ੀ ਗਮ ਵਾਲਾ ਆ ਜਾਏ, ਭਾਵੇਂ ਵਾਧੇ ਘਾਟੇ ਵਾਲਾ ਸਮਾਂ ਆ ਜਾਏ, ਪਰ ਤੂੰ ਸਦਾ ਵਾਹਿਗੁਰੂ ਜੀ ਦੀ ਸ਼ਰਨ ਵਿੱਚ ਰਹਿਣਾ। ਫਿਰ ਤੈਨੂੰ ਕੋਈ ਦੁੱਖ ਵਿਆਪੇਗਾ ਨਹੀਂ। ਦੁੱਖ ਆਏਗਾ ਪਰ ਤੈਨੂੰ ਛੂਹੇਗਾ ਨਹੀਂ, ਤੈਨੂੰ ਉਹ ਸਤਾਵੇਗਾ ਨਹੀਂ। ਜੇ ਤੂੰ ਵਾਹਿਗੁਰੂ ਜੀ ਦੀ ਸ਼ਰਨ ਵਿੱਚ ਆਵੇਂ, ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸ਼ਰਨਾਈ। ਚੌਗਿਰਦ ਹਮਾਰੇ RAM ਕਾਰ ਦੁੱਖ ਲੱਗੇ ਨਾ ਭਾਈ। ਮਹਾਰਾਜ ਕਹਿੰਦੇ ਚੌਗਿਰਦ, ਚਾਰੇ ਪਾਸੇ ਪਰਮੇਸ਼ਵਰ ਨੇ ਤੇਰੇ ਜੀਵਨ ਵਿੱਚ ਐਸੀ ਅਵਸਥਾ, ਐਸੀ ਖੇਡ ਬਣਾ ਦੇਣੀ ਕਿ ਦੁੱਖ ਆਏਗਾ ਪਰ ਤੈਨੂੰ ਸਤਾਏਗਾ ਨਹੀਂ। ਦੁੱਖ ਆਏਗਾ ਪਰ ਤੂੰ ਮਨ ਡੋਲੇਗਾ ਨਹੀਂ, ਤੂੰ ਅਡੋਲ ਰਹੇਗਾ। ਵੱਡੇ ਤੋਂ ਵੱਡਾ ਦੁੱਖ ਵੀ ਜਿਹੜਾ ਹੈ ਉਹ ਤੈਨੂੰ ਡੁਲਾ ਨਹੀਂ ਸਕਦਾ, ਕਿਉਂਕਿ ਜਿੰਨਾ ਮਨ ਡੋਲੇਗਾ ਉਨੀ ਚਿੰਤਾ ਵਧੇਗੀ, ਜਿੰਨਾ ਮਨ ਘਬਰਾਏਗਾ ਉਨੀਆਂ ਪਰੇਸ਼ਾਨੀਆਂ ਵਧਣਗੀਆਂ। ਤੇ ਜੇ ਮਨ ਟਿਕੇਗਾ ਤੇ ਚਿੰਤਾ ਵੀ ਵਧੇਗੀ ਨਹੀਂ। ਜੇ ਮਨ ਟਿਕੇਗਾ ਪਰਮੇਸ਼ਵਰ ਦੇ ਭਰੋਸੇ ਤੇ, ਉਸ ਮਾਲਕ ਦੇ ਆਸ ਭਰੋਸੇ ਤੇ ਟਿਕੇਗਾ, ਤੇ ਮਨ ਵਿੱਚ ਪਰੇਸ਼ਾਨੀਆਂ ਨਹੀਂ, ਚਿੰਤਾਵਾਂ ਨਹੀਂ, ਫਿਰ ਸਾਡੇ ਜੀਵਨ ਵਿੱਚ ਕਦੇ ਵੀ ਅਸੀਂ ਡਿਪਰੈਸ਼ਨ ਦੇ ਵਿੱਚ ਨਹੀਂ ਜਾਵਾਂਗੇ, ਕਦੇ ਸਾਡਾ ਮਨ ਚਿੰਤਾ ਨਹੀਂ ਕਰੇਗਾ। ਪਰ ਉਹਦੇ ਵਾਸਤੇ ਮਨ ਨੂੰ ਸਮਝਾਉਣਾ ਪੈਣਾ ਹੈ, ਕਿਉਂਕਿ ਹਜੇ ਤਾਂ ਹਰ ਇਨਸਾਨ ਇੱਕ ਡਿਪਰੈਸ਼ਨ ਦੇ ਵਿੱਚ ਹੈ। ਹਰ ਇੱਕ ਇਨਸਾਨ ਦੇ ਮਾਨਸਿਕ ਮੰਡਲ ਦੇ ਵਿੱਚ ਚਿੰਤਾਵਾਂ ਨੇ, ਪਰੇਸ਼ਾਨੀਆਂ ਨੇ। ਹਜੇ ਤਾਂ ਦੁੱਖ ਜਿਹੜਾ ਹੈ ਉਹ ਦਿਨ ਰਾਤ ਸਤਾ ਰਿਹਾ ਹੈ। ਸਾਹਿਬ ਜੀ ਕਹਿੰਦੇ ਇਹ ਤੈਨੂੰ ਦੁੱਖ ਬਿਲਕੁਲ ਵੀ ਨਹੀਂ ਸਤਾਏਗਾ। ਆਏਗਾ ਜ਼ਰੂਰ, ਪਰੇਸ਼ਾਨੀਆਂ ਵੀ ਚਿੰਤਾਵਾਂ ਵੀ ਹੋਣਗੀਆਂ ਜ਼ਰੂਰ, ਉਹ ਪਰ ਤੇਰੇ ਇਸ ਮਾਨਸਿਕ ਮੰਡਲ ਤੱਕ ਨਹੀਂ ਪਹੁੰਚ ਸਕਦੀਆਂ। ਜੇ ਤੂੰ ਮਨ ਵਾਹਿਗੁਰੂ ਜੀ ਦੀ ਸ਼ਰਨ ਦੇ ਵਿੱਚ ਸਦਾ ਰਵੇਂ, ਭਾਵ ਹਮੇਸ਼ਾ ਪਰਮੇਸ਼ਵਰ ਦਾ ਨਾਮ ਤੂੰ ਸਿਮਰਦਾ ਰਵੇਂ, ਉਸ ਪਰਮੇਸ਼ਵਰ ਦਾ ਜਿਹਦੇ ਤੋਂ ਬਿਨਾਂ ਦੂਜਾ ਹੋਰ ਹੈ ਹੀ ਕੋਈ ਨਹੀਂ। ਮੇਰੇ ਮਨ ਹਰ ਬਿਨ ਅਵਰ ਨਾ ਕੋਏ, ਪ੍ਰਭ ਸ਼ਰਨਾਈ ਸਦਾ ਰਹੋ, ਦੁੱਖ ਨਾ ਵਿਆਪੈ ਕੋਏ। ਇਹ ਕੇਂਦਰੀ ਭਾਵ ਹੈ ਇਸ ਸ਼ਬਦ ਦਾ ਰਹਾਉ ਵਾਲੀ ਪੰਕਤੀ, ਜਿਹਦੇ ਵਿੱਚ ਅਸੀਂ ਆਪਣੇ ਆਪਣੇ ਮਨ ਨੂੰ ਸਮਝਾ ਕੇ ਪਰਮੇਸ਼ਵਰ ਦੇ ਨਾਮ ਨਾਲ ਹਰ ਵੇਲੇ ਜੋੜ ਕੇ ਰੱਖਣਾ ਹੈ। ਮਨ ਤਨ ਧਨ ਜਿਨ ਪ੍ਰਭ ਦੀਆ, ਰੱਖਿਆ ਸਹਿਜ ਸਵਾਰ। ਸਰਬ ਕਲਾ ਕਰ ਥਾਪਿਆ, ਅੰਤਰ ਜੋਤ ਅਪਾਰ। ਸਦਾ ਸਦਾ ਪ੍ਰਭ ਸਿਮਰਿਐ, ਅੰਤਰ ਰਖ ਉਰ ਧਾਰ। ਹੁਣ ਜਦੋਂ ਅਸੀਂ ਆਪਣੇ ਮਨ ਨੂੰ ਆਵਾਜ਼ ਦੇਵਾਂਗੇ ਕਿ ਮਨ ਤੂੰ ਪ੍ਰਭੂ ਦੀ ਸ਼ਰਨ ਦੇ ਵਿੱਚ ਸਦਾ ਰਹਿ ਕੇ ਉਹਨੂੰ ਸਿਮਰ, ਤੈਨੂੰ ਕੋਈ ਦੁੱਖ ਵਿਆਪੇਗਾ ਨਹੀਂ। ਤੇ ਮਨ ਪੁੱਛਦਾ ਹੈ ਕਿਹੜੇ ਪ੍ਰਭੂ, ਕਿਹੜੇ ਪਰਮੇਸ਼ਵਰ ਦੀ ਤੁਸੀਂ ਗੱਲ ਕਰਦੇ ਹੋ? ਕਿਉਂਕਿ ਦੁਨੀਆ ਵਿੱਚ ਤੇ ਬਹੁਤ ਨੇ ਜਿਹੜੇ ਪ੍ਰਭੂ ਬਣ ਕੇ ਬੈਠੇ ਨੇ,
ਦੁਨੀਆ ਵਿੱਚ ਬਹੁਤ ਨੇ ਜਿਹੜੇ ਰੱਬ ਬਣ ਕੇ ਤੇ ਆਪਣਾ ਅਡੰਬਰ ਰਚ ਕੇ ਬੈਠੇ ਨੇ। ਅਸੀਂ ਕਿਹੜੇ ਰੱਬ ਮਗਰ ਲੱਗੀਏ? ਅਸੀਂ ਕਿਹਦੀ ਸ਼ਰਨ ਦੇ ਵਿੱਚ ਜਾਈਏ? ਕਿਉਂਕਿ ਦੁਨੀਆ ਦੇ ਵਿੱਚ ਤੇ ਬੜੇ ਰੱਬ ਦੇ ਨਾਮ ਦੇ ਉੱਤੇ ਆਸ਼ਰਮ ਬਣੇ ਹੋਏ ਨੇ। ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਆ, ਆਪਣੇ ਮਨ ਨੂੰ ਸਮਝਾਓ ਕਿ ਮਨਾ, ਤੂੰ ਉਸ ਪ੍ਰਭੂ ਦੀ ਸ਼ਰਨ ਦੇ ਵਿੱਚ ਆਉਣਾ ਹੈ ਜਿਨੇ ਇਹ ਜੀਵਨ ਨੂੰ ਸਾਜਿਆ, ਸਵਾਰਿਆ ਤੇ ਸ਼ਿੰਗਾਰਿਆ ਹੈ। ਹੁਣ ਸਾਡਾ ਇਹ ਜੀਵਨ ਕਿਨੇ ਸਾਜਿਆ? ਸਾਡੀਆਂ ਅੱਖਾਂ, ਸਾਡੇ ਨੱਕ, ਕੰਨ, ਮੂੰਹ ਇਹ ਕਿਨੇ ਸਾਜਿਆ? ਸਾਡੇ ਹੱਥ ਪੈਰ ਇਹ ਕਿਨੇ ਬਣਾਏ ਆ? ਸਾਡੇ ਮੁਖ ਦੇ ਵਿੱਚ ਦੰਦ, ਦੰਦਾਂ ਦੇ ਵਿੱਚ ਘਾਰ ਇੱਕ ਜੀਭ ਹੈ, ਇਹ ਕਿਨੇ ਬਣਾਈ ਹੈ? ਫਿਰ ਇਹਨਾਂ ਹੱਡੀਆਂ ਨੂੰ, ਮਾਸ ਨੂੰ, ਨਾੜੀਆਂ ਨੂੰ, ਇਹਨਾਂ ਸਾਰਿਆਂ ਨੂੰ ਇਕੱਠਾ ਕਰਕੇ ਇੱਕ ਸਰੀਰ ਦਾ ਢਾਂਚਾ ਕਿਨੇ ਬਣਾਇਆ ਹੈ? ਫਿਰ ਇਹ ਹੱਡੀਆਂ ਦਾ ਢਾਂਚਾ ਬਣਾ ਕੇ, ਨਾੜੀਆਂ ਇਹਦੇ ਨਾਲ ਜੋੜ ਕੇ ਤੇ ਉੱਪਰ ਇਹ ਚਮੜੀ ਜਿਹੜੀ ਲਾਈ ਗਈ ਹੈ, ਇਹ ਉੱਤੇ ਸਾਜਣ ਸਵਾਰਨ ਲਈ, ਇਹਨੂੰ ਸ਼ਿੰਗਾਰ ਦੇਣ ਵਾਸਤੇ, ਇਹ ਸ਼ਿੰਗਾਰ ਤੇ ਇਹ ਜਿਹੜਾ ਸਵਾਰਿਆ, ਇਹ ਕਿਨੇ ਸਵਾਰਿਆ? ਪਰਮੇਸ਼ਵਰ ਇੱਕੋ ਹੀ ਹੈ, ਅਕਾਲ ਪੁਰਖ ਵਾਹਿਗੁਰੂ। ਜਿਨ ਕੰਨ ਕੀਤੇ ਅੱਖੀਂ ਨਾਕ, ਜਿਨ ਜੇਬਾ ਦਿੱਤੀ ਬੋਲੇ ਤਾਤ, ਇੱਕੋ ਹੀ ਹੈ ਉਹ। ਉਹਦੇ ਨਾਮ ਦੇ ਉੱਤੇ ਏਜੰਸੀਆਂ ਹੋਣ ਉਹ ਵੱਖਰੀ ਗੱਲ ਹੈ, ਉਹਦੇ ਨਾਮ ਦੇ ਉੱਤੇ ਵੱਖਰੇ ਵੱਖਰੇ ਥਾਂ ਬਣ ਗਏ ਹੋਣ ਉਹ ਵੱਖਰੀ ਗੱਲ ਹੈ। ਪਰ ਸਭ ਕਹਿੰਦੇ ਸੱਚ ਤਾਂ ਇਹ ਹੈ ਕਿ ਹਰ ਬਿਨ ਅਵਰ ਨਾ ਕੋਏ, ਉਹਦੇ ਤੋਂ ਬਿਨਾਂ ਦੂਜਾ ਹੈ ਹੀ ਕੋਈ ਨਹੀਂ। ਅਸਲ ਇੱਕੋ ਹੀ ਹੈ, ਬਾਕੀ ਸਭ ਨਕਲ ਹੀ ਹੈ। ਅਸੀਂ ਓਰੀਜਨਲ ਨਾਲ ਜੁੜਨਾ, ਡੁਪਲੀਕੇਟ ਦੇ ਨਾਲ ਨਹੀਂ। ਜਿੰਨੇ ਵੀ ਸਾਨੂੰ ਬਾਹਰ ਅਡੰਬਰ ਜਿਹੜੇ ਨੇ ਦਿਸਦੇ ਨੇ, ਰੱਬ ਬਣ ਕੇ ਬੈਠੇ, ਇਹ ਡੁਪਲੀਕੇਟ ਨੇ। ਇਹਨਾਂ ਦੇ ਵਿੱਚੋਂ ਸਾਨੂੰ ਉਹ ਬਖਸ਼ਿਸ਼ ਨਹੀਂ ਮਿਲਣੀ ਜੋ ਅਸਲ ਪਰਮੇਸ਼ਵਰ ਵਾਹਿਗੁਰੂ ਦੀ ਸ਼ਰਨ ਵਿੱਚੋਂ। ਹੁਣ ਗੁਰੂ ਤੇਗ ਬਹਾਦਰ ਸਾਹਿਬ ਜੀ ਅਸਲ ਗੁਰੂ ਨੇ, ਪਰ ਬਨਾਵਟੀ ਵੀ ਤੇ ਕਿੰਨੇ ਬੈਠੇ ਨੇ। ਜਿੰਨੇ ਵੀ ਬਨਾਵਟੀ ਆਪਣੀਆਂ ਆਪਣੀਆਂ ਗੱਦੀਆਂ ਲਾ ਕੇ ਬੈਠੇ ਆ, ਉਹ ਗੁਰੂ ਤੇਗ ਬਹਾਦਰ ਸਾਹਿਬ ਨਹੀਂ ਬਣ ਸਕਦੇ। ਉਹ ਗੁਰੂ ਤੇਗ ਬਹਾਦਰ ਸਾਹਿਬ ਵਰਗੀਆਂ ਬਖਸ਼ਿਸ਼ਾਂ ਸਾਨੂੰ ਦੇ ਕੇ ਨਹੀਂ ਨਿਵਾਜ ਸਕਦੇ। ਜਿੰਨੇ ਵੀ ਇਹ 22 ਮੰਜੀਆਂ ਲਾ ਕੇ ਬੈਠੇ ਹੋਏ ਨੇ ਬਾਬੇ ਬਕਾਲੇ ਦੀ ਧਰਤੀ ਤੇ, ਇਹਨਾਂ ਵਿੱਚੋਂ ਇੱਕ ਵੀ ਐਸਾ ਨਹੀਂ ਜਿਹੜਾ ਤਿਲਕ ਜੰਜੂ ਦਾ ਰਖਵਾਲਾ ਬਣ ਸਕੇ। ਇਹਨਾਂ ਵਿੱਚੋਂ ਇੱਕ ਵੀ ਐਸਾ ਨਹੀਂ ਹੈ ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਾਣੀ ਦੀ ਰਚਨਾ ਕੀਤੀ ਹੈ, ਉਸ ਬਾਣੀ ਵਰਗੀ ਬਾਣੀ ਨੂੰ ਰਚ ਸਕੇ। ਇਸ ਲਈ ਜੋ ਬਖਸ਼ਿਸ਼ ਮਿਲਣੀ ਹੈ ਉਹ ਗੁਰੂ ਤੇਗ ਬਹਾਦਰ ਸਾਹਿਬ ਕੋਲੋਂ ਮਿਲਣੀ ਹੈ। ਬਾਕੀ ਤੇ ਬਾਹਰ ਬਨਾਵਟੀ ਬੈਠੇ ਨੇ। ਹੁਣ ਇੱਕ ਬਨਾਵਟੀ ਫੁੱਲ ਹੋਵੇ ਤੇ ਇੱਕ ਓਰੀਜਨਲ ਹੋਵੇ, ਕੁਦਰਤੀ ਤਿਆਰ ਹੋਇਆ, ਦੋਵਾਂ ਵਿੱਚ ਬੜਾ ਅੰਤਰ ਹੈ, ਫਰਕ ਹੈ। ਕਿਉਂਕਿ ਖੁਸ਼ਬੂ ਜਿਹੜੀ ਹੈ ਉਹ ਕੁਦਰਤੀ ਤੌਰ ਤੇ ਤਿਆਰ ਹੋਏ ਫੁੱਲ ਨੇ ਦੇਣੀ ਹੈ, ਬਨਾਵਟੀ ਫੁੱਲ ਨੇ ਤੁਹਾਨੂੰ ਖੁਸ਼ਬੂ ਨਹੀਂ ਦੇਣੀ। ਤੇ ਜੇ ਉਹਦੇ ਵਿੱਚੋਂ ਵੀ ਖੁਸ਼ਬੂ ਆਏਗੀ, ਉਹ ਵੀ ਇੱਕ ਬਨਾਵਟੀ ਆਏਗੀ। ਇਸ ਲਈ ਮਨ ਨੂੰ ਸਮਝਾਉਣਾ ਹੈ ਕਿ ਮਨਾ, ਉਸ ਵਾਹਿਗੁਰੂ ਤੋਂ ਬਿਨਾਂ ਕੋਈ ਨਹੀਂ ਹੈ, ਤੂੰ ਉਹਦੀ ਸ਼ਰਨ ਵਿੱਚ ਸਦਾ ਰਿਹਾ ਕਰ। ਹੁਣ ਮਨ ਕਹਿੰਦਾ ਵੀ ਕਿਹੜੇ ਵਾਹਿਗੁਰੂ ਦੀ ਗੱਲ ਕਰਦੇ ਹੋ, ਕਿਹੜੇ ਪਰਮੇਸ਼ਵਰ ਦੀ ਗੱਲ ਕਰਦੇ ਹੋ? ਇੱਥੇ ਤੇ ਪਰਮੇਸ਼ਵਰ ਰੱਬ ਬੜੇ ਬੈਠੇ ਆ ਬਣ ਕੇ। ਫਿਰ ਗੁਰੂ ਅਰਜਨ ਦੇਵ ਮਹਾਰਾਜ ਜੀ ਮਨ ਦੀ ਸ਼ੰਕਾ ਨੂੰ ਦੂਰ ਕਰਦਿਆਂ ਕਹਿੰਦੇ, ਮਨ ਤਨ ਧਨ ਜਿਨ ਪ੍ਰਭ ਦੀਆ। ਜਿਨ ਮੈਨੇ ਜਿਸ ਨੇ, ਜਿਸ ਪ੍ਰਭੂ ਨੇ। ਮਨ, ਤਨ ਔਰ ਧਨ, ਇਹ ਤਿੰਨ ਚੀਜ਼ਾਂ ਦਾ ਸੁਮੇਲ ਬਣਾਇਆ। ਤਨ ਦੇ ਵਿੱਚ ਹੀ ਮਨ ਹੈ ਤੇ ਤਨ ਦੇ ਵਿੱਚ ਹੀ ਉਹ ਧਨ। ਧਨ ਦਾ ਜ਼ਿਕਰ ਕੀਤਾ ਸੀ ਪਿਛਲੇ ਦਿਨੀ, ਜੋ ਸਰੀਰ ਦੇ ਵਿੱਚ ਤਾਕਤ ਹੈ, ਜੋ ਸਰੀਰ ਦੇ ਵਿੱਚ ਪਾਵਰ ਹੈ, ਇਹ ਇੱਕ ਬਹੁਤ ਵੱਡਾ ਕੀਮਤੀ ਧਨ ਹੈ ਜੋ ਉਸ ਮਾਲਕ ਨੇ ਦਿੱਤਾ ਹੈ। ਕੰਨਾਂ ਵਿੱਚ ਸਰੋਤ ਹੈ ਤੇ ਇਹ ਧਨ ਹੈ, ਅੱਖਾਂ ਵਿੱਚ ਜੋਤ ਹੈ ਤੇ ਇਹ ਧਨ ਹੈ।
ਜਿਨ ਜਿਹਬਾ ਦਿੱਤੀ ਬੋਲੇ ਤਾਤ, ਆ ਬੋਲਣ ਲਈ ਜ਼ੁਬਾਨ ਦਿੱਤੀ ਹੈ, ਇਹ ਵੀ ਇੱਕ ਧਨ ਹੈ। ਹੱਥ ਪੈਰ ਹਿਲਦੇ ਚੱਲਦੇ ਨੇ, ਇਹ ਇੱਕ ਧਨ ਹੈ ਜੋ ਉਸ ਮਾਲਕ ਨੇ ਦਿੱਤਾ ਹੈ। ਕਹਿੰਦੇ ਇਹ ਤਨ ਵੀ ਉਹਦਾ ਦਿੱਤਾ ਹੈ, ਮਨ ਵੀ ਉਹਦਾ ਦਿੱਤਾ ਹੋਇਆ ਹੈ, ਧਨ ਵੀ ਉਹਦਾ ਦਿੱਤਾ ਹੋਇਆ ਹੈ। ਔਰ ਕੇਵਲ ਦਿੱਤਾ ਨਹੀਂ, ਰੱਖਿਆ ਸਹਿਜ ਸਵਾਰ, ਉਹਨੂੰ ਬੜੇ ਸਹਿਜ ਦੇ ਵਿੱਚ ਸਵਾਰ ਕੇ ਵੀ ਰੱਖਿਆ ਹੈ। ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਅਸੀਂ ਉਹਨੂੰ ਚੇਤੇ ਕਰਨਾ। ਰਮਈਆ ਕੇ ਗੁਣ ਚੇਤ ਪੁਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਇਹ ਮਨ ਤੂੰ ਉਹਦੀ ਸ਼ਰਨ ਵਿੱਚ ਰਹਿ, ਜਿਹਨੇ ਤੈਨੂੰ ਕੁਦਰਤੀ ਤੌਰ ਦੇ ਉੱਤੇ ਸਹਿਜ ਭਾਵ ਤੇਰੀ ਬਣਤਰ ਇੰਨੀ ਕਮਾਲ ਦੀ ਬਣਾਈ ਹੈ, ਔਰ ਉਹਨੂੰ ਉੱਤੋਂ ਦੀ ਸਵਾਰਿਆ ਸ਼ਿੰਗਾਰਿਆ ਵੀ ਹੈ। ਜੋ ਕੁਦਰਤ ਸਾਨੂੰ ਸ਼ਿੰਗਾਰਦੀ ਹੈ ਨਾ, ਇਹਦੇ ਉੱਤੇ ਜਿਹੜੇ ਅਸੀਂ ਬਨਾਵਟੀ ਸ਼ਿੰਗਾਰ ਕਰਦੇ ਹਾਂ, ਇਹ ਤੇ ਫਿੱਕੇ ਪੈ ਜਾਂਦੇ ਆ। ਇਹ ਸ਼ਿੰਗਾਰ ਤਾਂ ਕੁਝ ਪਲਾਂ ਵਾਸਤੇ ਹੈ। ਔਰ ਇਹ ਵੀ ਧਿਆਨ ਵਿੱਚ ਰੱਖਣਾ, ਜਿਹੜਾ ਸਾਨੂੰ ਕੁਦਰਤੀ ਤੌਰ ਤੇ ਸ਼ਿੰਗਾਰ ਦਿੱਤਾ ਮਾਲਕ ਨੇ, ਅਸੀਂ ਉਹਦੇ ਉੱਤੇ ਬਨਾਵਟੀ ਸ਼ਿੰਗਾਰ ਕਰਦੇ ਹਾਂ ਤੇ ਕੁਦਰਤੀ ਸ਼ਿੰਗਾਰ ਨੂੰ ਅਸੀਂ ਆਪ ਹੀ ਵਿਗਾੜ ਲੈਂਦੇ ਹਾਂ। ਪਰ ਸਾਨੂੰ ਸੰਸਾਰਿਕ ਤਲ ਤੇ ਦੁਨੀਆ ਦੇ ਤਲ ਤੇ ਬਨਾਵਟੀ ਸ਼ਿੰਗਾਰ ਜ਼ਿਆਦਾ ਚੰਗਾ ਲੱਗਦਾ ਹੈ। ਵਾਹਿਗੁਰੂ ਜੀ ਨੇ ਸਾਨੂੰ ਬਹੁਤ ਸੋਹਣੇ ਢੰਗ ਦੇ ਨਾਲ ਸਾਜਿਆ ਵੀ ਹੈ ਤੇ ਸਵਾਰਿਆ ਵੀ ਹੈ ਤੇ ਸ਼ਿੰਗਾਰਿਆ ਵੀ ਹੈ। ਜੇ ਪਰਮੇਸ਼ਵਰ ਨੇ ਇਹ ਦੋ ਅੱਖਾਂ ਨੇ ਤੇ ਅੱਖਾਂ ਉੱਤੇ ਪਰਵੱਟੇ ਨਾ ਬਣਾਏ ਹੁੰਦੇ ਤੇ ਅਸੀਂ ਸ਼ਿੰਗਾਰ ਆਪਣੇ ਢੰਗ ਦਾ ਕਿਵੇਂ ਕਰ ਲੈਂਦੇ। ਜੇ ਉਹਨਾਂ ਨੇ ਅੱਖਾਂ ਦੇ ਉੱਤੇ ਇਹ ਪੁਤਲੀਆਂ ਲਾਈਆਂ ਨੇ, ਪੁਤਲੀਆਂ ਉੱਤੇ ਵੀ ਰੋਮ ਜਿਹੜੇ ਆ ਲਾ ਦਿੱਤੇ ਨੇ, ਇਹ ਸ਼ਿੰਗਾਰਨ ਵਾਸਤੇ ਹੀ ਹੈ। ਜੇ ਦੋ ਅੱਖਾਂ ਦੇ ਵਿਚਕਾਰ ਨਾਸਿਕਾ ਹੈ ਤੇ ਆ ਮੁਖ ਵਿੱਚ ਦੰਦ ਨੇ, ਜੀਵ ਹੈ, ਤੇ ਇਸ ਮਾਲਕ ਨੇ ਸ਼ਿੰਗਾਰਿਆ ਹੀ ਹੈ। ਇਸ ਵਾਸਤੇ ਅਸੀਂ ਉਸ ਮਾਲਕ ਦਾ ਸ਼ੁਕਰਾਨਾ ਕਰਿਆ ਕਰੀਏ। ਇਹ ਮਨ ਤੂੰ ਉਹਦੀ ਸ਼ਰਨ ਦੇ ਵਿੱਚ ਰਹਿ ਕੇ ਉਹਨੂੰ ਸਿਮਰਨਾ ਕਰ, ਜਿਹਨੇ ਮਨ ਤਨ ਔਰ ਧਨ ਜਿਹੜਾ ਸੀ ਬਣਾ ਕੇ ਰੱਖਿਆ ਸਹਿਜ ਸਵਾਰ, ਔਰ ਉਹਨੇ ਕੁਦਰਤੀ ਤੌਰ ਦੇ ਉੱਤੇ ਇਹਨੂੰ ਸਵਾਰ ਕੇ ਰੱਖਿਆ ਹੋਇਆ ਹੈ। ਇਹਦੀ ਬਨਾਵਟ ਐਸੀ ਬਣਾਈ ਹੈ। ਤੂੰ ਉਸ ਮਾਲਕ ਦਾ ਸ਼ੁਕਰਾਨਾ ਕਰਿਆ ਕਰ, ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ। ਤਿਨ ਹੀ ਸੁਣਿਆ ਦੁੱਖ ਸੁਖ ਮੇਰਾ, ਤਉ ਬਿਦ ਨਿੱਕੀ ਖਟਾਨੀ। ਜਿਹਨੇ ਸਾਜਿਆ ਸਵਾਰਿਆ ਸ਼ਿੰਗਾਰਿਆ, ਤੇਰਾ ਦੁੱਖ ਸੁੱਖ ਵੀ ਉਹਨੇ ਹੀ ਸੁਣਨਾ। ਬੜੀ ਵਾਰ ਆਪ ਜੀ ਨਾਲ ਸਾਂਝ ਪਾਈ ਹੈ ਕਿ ਅਸੀਂ ਆਪਣੇ ਹੱਥਾਂ ਦੀ ਰੇਖਾਵਾਂ ਜਿਹਨੂੰ ਦਿਖਾ ਰਹੇ ਹਾਂ, ਤੁਹਾਨੂੰ ਪੂਰਾ ਯਕੀਨ ਹੈ ਕਿ ਇਹ ਰੇਖਾਵਾਂ ਤੁਹਾਡੀਆਂ ਜਿਹਨੂੰ ਦਿਖਾ ਰਹੇ ਹੋ ਉਹਨੇ ਹੀ ਬਣਾਈਆਂ ਨੇ। ਇਹ ਹੱਥਾਂ ਦੀਆਂ ਲਕੀਰਾਂ ਬਣਾਉਣ ਵਾਲਾ ਕੋਈ ਹੈ, ਅਸੀਂ ਦਿਖਾ ਕਿਸੇ ਨੂੰ ਰਹੇ ਹਾਂ। ਜਿਹਨੇ ਬਣਾਈਆਂ ਨੇ ਉਹਦੇ ਅੱਗੇ ਦੋਏ ਕਰ ਜੋੜ ਕਰੋ ਅਰਦਾਸ, ਤੁਧ ਭਾਵੈ ਤਾਂ ਆਣੇ ਰਾਸ। ਉਹਦੇ ਅੱਗੇ ਹੱਥ ਜੋੜ ਕੇ ਅਰਦਾਸ ਕਰੋ ਜਿਹਨੇ ਤੁਹਾਡੀ ਹੱਥਾਂ ਦੀਆਂ ਲਕੀਰਾਂ ਬਣਾਈਆਂ। ਅਸੀਂ ਉਹਨੂੰ ਹੱਥ ਦੀਆਂ ਲਕੀਰਾਂ ਦਿਖਾ ਰਹੇ ਹਾਂ ਜਿਹਦਾ ਸਾਡੇ ਜੀਵਨ ਵਿੱਚ ਕੋਈ ਸੰਬੰਧ ਨਹੀਂ, ਕੋਈ ਰੋਲ ਹੀ ਨਹੀਂ ਸਾਡੇ ਜੀਵਨ ਦੇ ਵਿੱਚ। ਅਸੀਂ ਅਕਾਲ ਪੁਰਖ ਵਾਹਿਗੁਰੂ ਜੀ ਅੱਗੇ ਹੱਥ ਜੋੜਨੇ ਆ। ਇਸ ਲਈ ਸਾਹਿਬ ਜੀ ਕਹਿ ਰਹੇ ਨੇ, ਤਨ ਮਨ ਤਨ ਧਨ ਜਿਨ ਪ੍ਰਭ ਦੀਆ, ਰੱਖਿਆ ਸਹਿਜ ਸਵਾਰ, ਸਰਬ ਕਲਾ ਕਰ ਥਾਪਿਆ। ਸਰਬ ਕਲਾ ਦਾ ਮਤਲਬ ਹੁੰਦਾ ਪਾਵਰ, ਉਹ ਜੋ ਸਰਬ ਕਲਾ ਭਰਪੂਰ ਹੈ, ਸਾਰੀਆਂ ਤਾਕਤਾਂ ਦਾ ਮਾਲਕ ਹੈ। ਉਹਨੇ ਪਹਿਲਾਂ ਸਾਜਿਆ, ਫਿਰ ਸਵਾਰਿਆ, ਫਿਰ ਸ਼ਿੰਗਾਰਿਆ, ਫਿਰ ਇਹਦੇ ਵਿੱਚ ਪਾਵਰ ਭਰ ਦਿੱਤੀ। ਇਹ ਸਰੀਰ ਦਾ ਢਾਂਚਾ ਤਿਆਰ ਕਰਕੇ ਫਿਰ ਇਹਨੂੰ ਚਲਾਉਣ ਵਾਸਤੇ ਇਹ ਬੋਲ ਸਕੇ, ਸੁਣ ਸਕੇ, ਇਹ ਦੇਖ ਸਕੇ, ਇਹ ਹਰਕਤ ਕਰ ਸਕੇ, ਇਹਦੇ ਵਿੱਚ ਕਲਾ ਭਰ ਦਿੱਤੀ, ਪਾਵਰ ਭਰ ਦਿੱਤੀ। ਜਿਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ। ਕਹਿੰਦੇ ਨੇ ਜਿਹਨੇ ਅੰਦਰ ਫਿਰ ਜਿੰਦ ਰੱਖ ਕੇ ਇਹਨੂੰ ਥਾਪਿਆ, ਇਹਦੀ ਅਸਥਾਪਨਾ ਕਰ ਦਿੱਤੀ ਹੈ। ਸਰਬ ਕਲਾ ਕਰ ਥਾਪਿਆ, ਅੰਤਰ ਜੋਤ ਅਪਾਰ। ਇਹਦੇ ਅੰਦਰ ਇੱਕ ਰੱਬੀ ਜੋਤ ਹੈ
ਅਸੀਂ ਇਹ ਸਰੀਰਕ ਢਾਂਚੇ ਦੇ ਵਿੱਚੋਂ ਦੀ ਨਿਕਲ ਕੇ ਰੱਬੀ ਜੋਤ ਤੱਕ ਪਹੁੰਚਣਾ ਹੈ। ਇਸ ਲਈ ਮਨ ਨੂੰ ਕਹਿੰਦੇ ਆ ਵੀ ਮਨਾ ਜਿੱਥੇ ਤੂੰ ਤੁਰਿਆ ਫਿਰਦਾ ਉੱਥੇ ਰੱਬੀ ਜੋਤ ਦਾ ਗਿਆਨ ਨਹੀਂ ਹੋਣਾ। ਤੂੰ ਪ੍ਰਭੂ ਦੀ ਸ਼ਰਨ ਦੇ ਵਿੱਚ ਆ, ਤੈਨੂੰ ਤਾਂ ਰੱਬੀ ਜੋਤ ਦਾ ਗਿਆਨ ਹੋਣਾ। ਤੂੰ ਸਰੀਰ ਨੂੰ ਹੀ ਸ਼ਿੰਗਾਰਨ ਵਿੱਚ ਲੱਗਾ ਹੋਇਆ ਹੈ। ਜਦੋਂ ਇਸ ਤਰ੍ਹਾਂ ਦੀ ਗੱਲ ਆਉਂਦੀ ਆ ਨਾ, ਤੇ ਬਾਰ-ਬਾਰ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕਰੀਦੀ ਹੈ ਕਿ ਜਦੋਂ ਸਾਡੇ ਧੀਆਂ ਪੁੱਤਰ ਦੇ ਵਿਆਹ ਹੁੰਦੇ ਆ ਨਾ, ਵਿਆਹ ਤੇ ਜਿੱਥੇ ਅਸਲ ਸ਼ਿੰਗਾਰ ਉਹਨਾਂ ਨੂੰ ਮਿਲਣਾ ਉੱਥੇ ਸਮਾਂ ਵੱਧ ਲਾਇਆ ਕਰੋ। ਤੇ ਜਿਸ ਸ਼ਿੰਗਾਰ ਦੇ ਵਿੱਚ ਅਸੀਂ ਲੱਖਾਂ ਰੁਪਈਆ ਉਜਾੜ ਦਿੰਦੇ ਆ, ਹਜ਼ਾਰਾਂ ਰੁਪਈਏ ਅਸੀਂ ਉਜਾੜ ਦਿੰਦੇ ਆ, ਉਹ ਤੇ ਸ਼ਾਮ ਨੂੰ ਫਿਰ ਫਿੱਕਾ ਪੈ ਜਾਂਦਾ ਹੈ। ਜਿੱਥੋਂ ਅਸੀਂ ਜ਼ਿੰਦਗੀ ਦੀ ਸ਼ੁਰੂਆਤ ਕਰਨੀ ਹੈ, ਆਪਣੀ ਖੁਸ਼ੀਆਂ ਲੈ ਕੇ ਅਸੀਂ ਤੁਰਨਾ ਹੈ, ਉੱਥੇ ਸਮਾਂ ਬਹੁਤ ਘੱਟ ਹੁੰਦਾ ਹੈ। ਤੇ ਜਿੱਥੇ ਦੁਨੀਆ ਦੇ ਸ਼ਿੰਗਾਰ ਦੀ ਗੱਲ ਹੈ, ਉੱਥੇ ਸਮਾਂ ਹੀ ਸਮਾਂ ਹੈ। 5-5 ਘੰਟੇ ਅਸੀਂ ਤਿਆਰ ਹੋਣ ਨੂੰ ਲਾ ਦਿੰਦੇ ਹਾਂ। 5 ਮਿੰਟ ਗੁਰੂ ਘਰ ਵਿੱਚ ਬੈਠਣਾ ਔਖਾ ਹੋ ਜਾਂਦਾ ਹੈ। 5-5 ਘੰਟੇ ਤਿਆਰ ਹੋਣ ਵਿੱਚ ਲੱਗ ਜਾਂਦੇ ਆ। ਉਹਨੂੰ ਕਹਿੰਦੇ ਆ ਵੀ ਕੋਈ ਨਹੀਂ ਅੱਧਾ ਘੰਟਾ ਵੱਧ ਲਾ ਲੈ। 5 ਘੰਟੇ ਲੱਗ ਗਏ, ਕੋਈ ਨਹੀਂ ਅੱਧਾ ਘੰਟਾ ਹੋਰ ਲਾ ਲੈ, ਪਰ ਤਿਆਰ ਵਧੀਆ ਕਰੀ, ਸ਼ਿੰਗਾਰ ਵਧੀਆ ਕਰੀ। ਅੱਧਾ ਘੰਟਾ ਭਾਵੇਂ ਹੋਰ ਲੱਗ ਜੇ, ਪਰ ਜਿੱਥੇ ਅਸਲ ਸ਼ਿੰਗਾਰ, ਜਿੱਥੇ ਅਸਲ ਚਮਕ ਆਉਣੀ ਸੀ, ਜ਼ਿੰਦਗੀ ਦੀ ਖੁਸ਼ੀਆਂ ਆਉਣੀਆਂ ਸੀ, ਜਿੱਥੇ ਜ਼ਿੰਦਗੀ ਵਿੱਚ ਬਹਾਰ ਆਉਣੀ ਸੀ ਖੁਸ਼ੀਆਂ ਦੀ, ਉੱਥੇ ਕਹਿੰਦੇ ਹੋ ਸਮਾਂ ਬਹੁਤ ਨਾ ਲਾਇਓ, ਸਮਾਂ ਘੱਟ ਲਾਇਓ। ਵੀ ਇੱਥੇ ਸਮਾਂ ਵੱਧ ਨਾ ਲੱਗ ਜਾਏ, ਉੱਥੇ ਕਹਿੰਦੇ ਆ ਸਮਾਂ ਵੱਧ ਲੱਗ ਜਾਏ, ਪਰ ਸ਼ਿੰਗਾਰ ਵਧੀਆ ਹੋਵੇ। ਉਹ ਤਾਂ ਜਿਹੜੀਆਂ ਕਰੀਮਾਂ ਪਤਾ ਨਹੀਂ ਕੀ ਕੁਛ ਅਸੀਂ ਲਾ ਕੇ ਸ਼ਿੰਗਾਰ ਕਰਦੇ ਹਾਂ, ਪਰ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ 5 ਕਕਾਰਾਂ ਦਾ ਸ਼ਿੰਗਾਰ ਦਿੱਤਾ, ਉਹਨੂੰ ਕਿੰਨੇ ਸਾਲ ਲੱਗੇ ਨੇ ਤਿਆਰ ਕਰਨ ਲੱਗਿਆ, ਕਿੰਨਾ ਸਮਾਂ ਲੱਗਾ ਉਹਨੂੰ ਤਿਆਰ ਕਰਨ ਲੱਗਿਆ। ਔਰ ਉਹ ਸ਼ਿੰਗਾਰ ਨੂੰ ਤਿਆਰ ਕਰਨ ਲੱਗਿਆ ਕੀ ਕੁਛ ਨਹੀਂ ਕਰਨਾ ਪਿਆ। ਗੁਰੂ ਨਾਨਕ ਸਾਹਿਬ ਤੋਂ ਕਲਗੀਧਰ ਪਾਤਸ਼ਾਹ ਤੱਕ ਦਾ ਇਤਿਹਾਸ ਪੜ੍ਹੋ, ਕੀ ਕੁਛ ਨਹੀਂ ਕਰਨਾ ਪਿਆ ਇਹ ਸ਼ਿੰਗਾਰ ਸਾਨੂੰ ਦੇਣ ਵਾਸਤੇ। ਤਤੀ ਤਵੀ ਤੇ ਬਹਿਣਾ ਪਿਆ, ਉਬਲਦੇ ਪਾਣੀ ਵਿੱਚ ਬੈਠਣਾ ਪਿਆ, ਸੜਦੀ ਹੋਈ ਰੇਤਾ ਸੀਸ ਵਿੱਚ ਪਵਾਣੀ। ਕਿਉਂ? ਕਿਉਂਕਿ ਕਹਿੰਦੇ ਆ ਵੀ ਸ਼ਿੰਗਾਰ ਦੇਣਾ ਇਸ ਦੁਨੀਆ ਨੂੰ, ਇਸ ਮਨੁੱਖਤਾ ਨੂੰ ਸੋਹਣਾ ਸ਼ਿੰਗਾਰ ਦੇਣਾ। ਉਹਦੇ ਲਈ ਆਪ ਤਤੀ ਤਵੀ ਤੇ ਵੀ ਬਹਿ ਗਏ, ਪਰ ਅਸੀਂ ਕਦਰ ਫਿਰ ਨਹੀਂ ਕੀਤੀ, ਅਸੀਂ ਉਹਦਾ ਮੁੱਲ ਫਿਰ ਨਹੀਂ ਪਾਇਆ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਪਰਿਵਾਰ ਨੂੰ ਛੱਡ ਕੇ ਚੱਲਦੇ ਆ ਤਿਲਕ ਜੰਜੂ ਦਾ ਰਖਵਾਲਾ ਬਣਨ ਲਈ। ਕੱਲ ਨੂੰ ਇਹ ਸ਼ਿੰਗਾਰ ਉਹ ਇਹਨਾਂ ਦੇ ਆ ਜਾਏ ਜਿਹੜਾ ਇਹਨਾਂ ਨੂੰ ਸ਼ਿੰਗਾਰ ਚਾਹੀਦਾ ਹੈ। ਪਰ ਅਸੀਂ ਕਿੰਨੀ ਕੁ ਸ਼ਹੀਦੀ, ਗੁਰੂ ਸਾਹਿਬ ਦੀ ਜਿਹੜੀ ਹੈ ਕੁਰਬਾਨੀ, ਅਸੀਂ ਕਿੰਨੀ ਕੁ ਕਦਰ ਕੀਤੀ। ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੇ ਸਾਡੇ ਤੇ ਇਹ ਸ਼ਿੰਗਾਰ ਸਦਾ ਵਾਸਤੇ ਰਹਿ ਜਾਏ, ਆਪਣਾ ਸਭ ਕੁਝ ਵਾਰ ਦਿੱਤਾ, ਕੁਰਬਾਨ ਕਰ ਦਿੱਤਾ। ਕੀ ਛੱਡਿਆ ਗੁਰੂ ਸਾਹਿਬ ਨੇ ਆਪਣੇ ਕੋਲ? ਸਭ ਕੁਝ ਵਾਰ ਦਿੱਤਾ। ਕਾਹਦੇ ਲਈ? ਤਾਂ ਕਿ ਮਨੁੱਖਤਾ ਨੂੰ ਸੋਹਣਾ ਸ਼ਿੰਗਾਰ ਮਿਲ ਸਕੇ। ਜੇ ਇਹ ਸ਼ਿੰਗਾਰ ਮਨੁੱਖ ਕਰਨਾ ਚਾਹੁੰਦਾ ਹੈ ਤੇ 5 ਕਕਾਰਾਂ ਵਾਲਾ ਕਰੇ, ਜਿਹਦੇ ਨਾਲ ਇਹ ਸਦਾ ਲਈ ਖੁਸ਼ੀਆਂ ਨਾਲ ਜੀਵਨ ਇਹਦਾ ਭਰਿਆ ਰਹੇ। ਪਰ ਅਸੀਂ ਕਿੰਨੀ ਕੁ ਉਹਦੀ ਕਦਰ ਕੀਤੀ। ਇਸ ਲਈ ਜਿਹੜਾ ਸ਼ਿੰਗਾਰ ਸਾਨੂੰ ਜ਼ਿੰਦਗੀ 'ਚ ਚਾਹੀਦਾ ਸੀ ਉਹਦੇ ਤੋਂ ਮੂੰਹ ਫੇਰਦੇ ਹਾਂ, ਤੇ ਜਿਹੜੇ ਸ਼ਿੰਗਾਰ ਵਿੱਚ ਕਈ ਤਰ੍ਹਾਂ ਦੀਆਂ ਵਾਸ਼ਨਾਵਾਂ ਪੈਦਾ ਹੁੰਦੀਆਂ, ਵਿਕਾਰ ਪੈਦਾ ਹੁੰਦੇ ਆ, ਉੱਥੇ ਅਸੀਂ ਭੱਜ ਭੱਜ ਕੇ ਜਾਂਦੇ ਹਾਂ। ਇਹਨੂੰ ਸਮਝਣਾ ਪੈਣਾ ਹੈ ਕਿ ਦੁੱਖ ਤਾਂ ਅਸੀਂ ਆਪਣੇ ਪੱਲੇ ਆਪ ਹੀ ਪਾਇਆ ਹੋਇਆ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ, ਸਰਬ ਕਲਾਂ ਕਰ ਥਾਪਿਆ ਅੰਤਰ ਜੋਤ ਅਪਾਰ। ਪਹਿਲਾਂ ਉਹਨੇ ਸਵਾਰਿਆ, ਉਹਨੇ ਸ਼ਿੰਗਾਰ ਦਿੱਤਾ ਸਾਨੂੰ, ਫਿਰ ਚੰਗੀ ਤਰ੍ਹਾਂ ਥਾਪ ਕੇ ਅਸਥਾਪਨਾ ਸਰੀਰ ਦੀ ਕਰਕੇ ਉਹਦੇ ਵਿੱਚ ਫਿਰ ਆਪਣੀ ਕਲਾ ਵਰਤਾ ਕੇ ਰੱਬੀ ਜੋਤ ਅੰਦਰ ਪਾ ਦਿੱਤੀ। ਅਸਲ ਵਿੱਚ ਉਸ ਰੱਬੀ ਜੋਤ ਦਾ ਹੀ ਪ੍ਰਕਾਸ਼ ਹੋ ਰਿਹਾ ਨਾ। ਜੇ ਜ਼ੁਬਾਨ ਤੋਂ ਆਵਾਜ਼ ਨਿਕਲ ਰਹੀ ਹੈ ਉਹ ਰੱਬੀ ਜੋਤ ਕਰਕੇ ਹੈ। ਜੇ ਅੱਖਾਂ ਵੇਖ ਰਹੀਆਂ ਨੇ ਰੱਬੀ ਜੋਤ ਕਰਕੇ ਹੈ। ਜੇ ਕੰਨ ਸੁਣ ਰਹੇ ਆ ਜੋ ਉਹਦੇ
ਰੱਬੀ ਜੇ ਉਹ ਅੰਦਰੋਂ ਦੀ ਨਿਕਲ ਜਾਏ ਤੇ ਸਰੀਰ ਨੇ ਨਾ ਬੋਲਣਾ, ਨਾ ਵੇਖਣਾ, ਨਾ ਸੁਣਨਾ, ਇਹ ਤੇ ਡੈਡ ਹੋ ਜਾਣਾ। ਜੇ ਇਹ ਹਰਕਤ ਕਰ ਰਿਹਾ ਹੈ ਤੇ ਉਨਾ ਚਿਰ ਹੈ ਜਿੰਨਾ ਚਿਰ ਅੰਦਰ ਜਿੰਦ ਹੈ। ਜਦੋਂ ਹੀ ਅੰਦਰੋਂ ਉਹ ਜਿੰਦ ਨਿਕਲ ਗਈ ਤੇ ਸਰੀਰ ਹਰਕਤ ਕਰਨਾ ਬੰਦ ਕਰ ਦੇਗਾ, ਇਹ ਡੈਡ ਹੋ ਜਾਏਗਾ। ਅੱਖਾਂ ਖੁੱਲੀਆਂ ਰਹਿ ਜਾਂਦੀਆਂ ਨੇ, ਦਿਸਦਾ ਕੁਛ ਨਹੀਂ, ਮੂੰਹ ਖੁੱਲਾ ਰਹਿ ਜਾਂਦਾ ਹੈ। ਫਿਰ ਲੋਕ ਆ ਕੇ ਅੱਖਾਂ ਬੰਦ ਤੇ ਮੂੰਹ ਬੰਦ ਕਰਦੇ ਆ ਵੀ ਹੁਣ ਕਿਸੇ ਜੋਗਾ ਨਹੀਂ ਰਿਹਾ, ਕਿਉਂਕਿ ਅੰਦਰ ਜਿਹੜੀ ਕਲਾ ਵਰਤ ਰਹੀ ਸੀ ਉਹ ਹੁਣ ਅੰਦਰੋਂ ਨਿਕਲ ਗਈ। ਇਸ ਲਈ ਅਸੀਂ ਜੋ ਗੁਰੂ ਸਾਹਿਬ ਜੀ ਜਿਸ ਮਾਰਗ ਤੇ ਤੋਰਦੇ ਆ, ਸਾਨੂੰ ਉਸ ਮਾਰਗ ਤੇ ਤੁਰ ਕੇ ਖੁਸ਼ੀਆਂ ਮਿਲਣੀਆਂ। ਮੇਰੇ ਮਨ ਹਰ ਬਿਨ ਅਵਰ ਨਾ ਕੋਏ, ਪ੍ਰਭ ਸ਼ਰਨਾਈ ਸਦਾ ਰਹੋ, ਦੁਖ ਨਾ ਵਿਆਪੈ ਕੋਏ। ਉਹ ਉਸ ਦੀ ਸ਼ਰਨ ਦੇ ਵਿੱਚ ਆ, ਮਨ ਤਨ ਧਨ ਜਿਨ ਪ੍ਰਭ ਦੀਆ ਰੱਖਿਆ, ਸਹਿਜ ਸੁਵਾਰ ਸਰਬ ਕਲਾ ਕਰ ਥਾਪਿਆ, ਅੰਤਰ ਜੋਤ ਅਪਾਰ। ਸਦਾ ਸਦਾ ਪ੍ਰਭ ਸਿਮਰੀਐ, ਅੰਤਰ ਰਖ ਉਰ ਧਾਰ। ਹੇ ਮਨ, ਤੂੰ ਐਸੇ ਪਰਮੇਸ਼ਵਰ ਨੂੰ ਸਦਾ ਹੀ ਸਿਮਰਿਆ ਕਰ, ਹਰ ਵੇਲੇ ਉਹਨੂੰ ਸਿਮਰਿਆ ਕਰ, ਹਰ ਵੇਲੇ ਐਸੇ ਪਰਮੇਸ਼ਵਰ ਨੂੰ ਚੇਤੇ ਰੱਖਿਆ ਕਰ, ਐਸੇ ਪਰਮੇਸ਼ਵਰ ਦੀ ਯਾਦ ਵਿੱਚ ਤੂੰ ਜੁੜਿਆ ਕਰ ਤੇ ਉਹਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਰੱਖ। ਅੰਤਰ ਰੱਖ, ਆਪਣੇ ਅੰਦਰ ਰੱਖ, ਉਰ ਧਾਰ ਹਿਰਦੇ ਵਿੱਚ, ਆਪਣੇ ਹਿਰਦੇ ਵਿੱਚ ਉਤਾਰ ਲੈ। ਮਨ ਹੈ ਦਿਮਾਗ ਦੇ ਵਿੱਚ, ਹਿਰਦਾ ਕਿੱਥੇ ਹੈ? ਜਿੱਥੇ ਦਿਲ ਧੜਕਦਾ। ਕਹਿੰਦੇ ਮਨ ਤੇਰੇ ਦਿਮਾਗ ਵਿੱਚ ਪਰਮੇਸ਼ਵਰ ਦਾ ਸਿਮਰਨ ਇਦਾਂ ਚੱਲੇ ਕਿ ਨਾਲ ਨਾਲ ਤੇਰੇ ਹਿਰਦੇ ਵਿੱਚ ਉਤਰਦਾ ਜਾਵੇ। ਤੇ ਜੇ ਤੇਰੇ ਹਿਰਦੇ ਵਿੱਚ ਉਤਰ ਗਿਆ ਨਾ ਤੇ ਫਿਰ ਤੈਨੂੰ ਕੋਈ ਦੁੱਖ ਜਿਹੜਾ ਉਹ ਵਿਆਪ ਨਹੀਂ ਸਕੇਗਾ, ਫਿਰ ਕੋਈ ਤੱਤੀ ਹਵਾ ਜਿਹੜੀ ਹੈ ਤੈਨੂੰ ਡੁਲਾ ਨਹੀਂ ਸਕੇਗੀ। ਤੂੰ ਆਪਣੇ ਅੰਦਰ ਐਸੇ ਪਰਮੇਸ਼ਵਰ ਵਾਹਿਗੁਰੂ ਜੀ ਨੂੰ ਹਰ ਵੇਲੇ ਸਿਮਰਨਾ ਕਰ ਤੇ ਆਪਣੇ ਹਿਰਦੇ ਦੇ ਵਿੱਚ ਉਹਨੂੰ ਧਾਰਨ ਕਰਨਾ ਕਰ। ਰਤਨ ਪਦਾਰਥ ਮਾਣਕਾ, ਸੋਇਨਾ ਰੂਪਾ ਖਾਕ। ਮਾਤ ਪਿਤਾ ਸੁਤ ਬੰਧਪਾ, ਕੂੜੇ ਸਭੇ ਸਾਕ। ਜਿਨ ਕੀਤਾ ਤਿਸਹਿ ਨਾ ਜਾਣਈ, ਮਨ ਮੁਖ ਪਸ ਨ ਪਾਕ। ਸਤਿਗੁਰੂ ਜੀ ਫਿਰ ਦੂਸਰੇ ਪਦੇ ਵਿੱਚ ਕਿਰਪਾ ਕਰਦੇ ਨੇ। ਮਹਾਰਾਜ ਕਹਿੰਦੇ ਰਤਨ ਪਦਾਰਥ ਮਾਣਕਾ, ਸੋਇਨਾ ਰੂਪਾ ਖਾਕ। ਆ ਕੀਮਤੀ ਰਤਨ, ਸੋਹਣੇ ਸੋਹਣੇ ਪਦਾਰਥ, ਕੀਮਤੀ ਮਾਣਕ। ਸੋਇਨਾ ਦਾ ਅਰਥ ਹੈ ਸੋਨਾ, ਰੂਪਾ ਦਾ ਅਰਥ ਹੈ ਚਾਂਦੀ। ਆ ਜਿਹੜੇ ਤੂੰ ਤਨ ਦੇ ਉੱਤੇ ਸੋਨਾ ਚਾਂਦੀ ਕੀਮਤੀ ਹੀਰੇ ਮੋਤੀ ਇਹ ਆਪਣੇ ਤਨ ਦਾ ਸ਼ਿੰਗਾਰ ਬਣਾ ਕੇ ਬੈਠਾ ਹੋਇਆ ਨਾ, ਪਰ ਤੈਨੂੰ ਇਹ ਨਹੀਂ ਪਤਾ ਇਹ ਸਭ ਕੁਝ ਖਾਕ ਹੈ, ਇਹ ਸਭ ਕੁਝ ਮਿੱਟੀ ਹੈ। ਜਿਸ ਦਿਨ ਤੇਰਾ ਇਹ ਸਰੀਰ ਖਾਕ ਹੋ ਗਿਆ ਤੇ ਉਸ ਦਿਨ ਸਰੀਰ ਤੇ ਪਾਇਆ ਸੋਨਾ ਚੰਗਾ ਲੱਗੇਗਾ? ਜਿਸ ਦਿਨ ਇਹ ਸਰੀਰ ਖਾਕ ਹੋ ਗਿਆ ਉਸ ਦਿਨ ਸਰੀਰ ਦੇ ਉੱਤੇ ਕੀਤਾ ਹੋਇਆ ਸ਼ਿੰਗਾਰ ਸਾਨੂੰ ਸੋਹਣਾ ਕਿਸੇ ਨੂੰ ਨਹੀਂ ਸੋਹਣਾ ਲੱਗਣਾ, ਚੰਗਾ ਹੀ ਨਹੀਂ ਲੱਗਣਾ, ਕਿਉਂਕਿ ਹੁਣ ਇਹ ਖਾਕ ਹੋ ਗਿਆ, ਮਿੱਟੀ ਹੋ ਗਿਆ। ਕਹਿਣ ਲੱਗੇ ਦੋ ਗੱਲਾਂ ਧਿਆਨ 'ਚ ਰੱਖਿਓ, ਜਿਹੜਾ ਸੋਨਾ ਚਾਂਦੀ ਆਪਾਂ ਪਾ ਕੇ ਰੱਖਦੇ ਹਾਂ ਤਨ ਉੱਤੇ, ਇਹ ਖਾਕ ਹੋ ਜਾਣਾ ਸਰੀਰ, ਤੇ ਇਹ ਜਿਹੜਾ ਪਾਇਆ ਹੋਇਆ ਇਹ ਤੈਨੂੰ ਸ਼ੋਭਣਾ ਨਹੀਂ, ਤੈਨੂੰ ਚੰਗਾ ਨਹੀਂ ਲੱਗਣਾ। ਜਾਂ ਫਿਰ ਧਿਆਨ ਰੱਖ ਜਿਸ ਦਿਨ ਤੂੰ ਖਾਕ ਹੋ ਗਿਆ ਇਹ ਤੇਰੇ ਲਈ ਸਭ ਕੁਝ ਮਿੱਟੀ ਹੋ ਜਾਣਾ, ਕਿਉਂਕਿ ਕੰਮ ਤਾਂ ਆਉਣਾ ਨਹੀਂ। ਸੋਨਾ ਚਾਂਦੀ ਹੀਰੇ ਮੋਤੀ ਤਾਂ ਕੰਮ ਆਉਣੇ ਨਹੀਂ ਸਾਡੇ ਜਦੋਂ ਸਰੀਰ ਹੀ ਮਿੱਟੀ ਹੋ ਗਿਆ। ਅਸੀਂ ਕਿਹੜੇ ਭਰਮ ਦੀ ਜ਼ਿੰਦਗੀ ਜਿਹੜੀ ਆ ਉਹ ਜੀ ਕੇ ਆਪਣਾ ਸਮਾਂ ਅਜਾਈਂ ਗਵਾ ਰਹੇ ਹਾਂ, ਬੇਅਰਥ ਗਵਾ ਰਹੇ ਹਾਂ। ਚਲੋ ਜਿਹਨੂੰ ਨਹੀਂ ਸਮਝ ਉਹਨੂੰ ਤੇ ਆਪਾਂ ਸਮਝਾ ਸਕਦੇ ਹਾਂ ਵੀ ਭਾਈ ਤੂੰ ਇਹ ਜ਼ਿੰਦਗੀ ਨੂੰ ਇਸ ਤਰੀਕੇ ਦੇ ਨਾਲ
ਪਰ ਜਦੋਂ ਅਸੀਂ ਗੁਰਸਿੱਖਾਂ ਨੂੰ ਵੇਖਦੇ ਹਾਂ ਨਾ, ਜਿਹੜੇ ਗੁਰੂ ਘਰ ਨਾਲ ਜੁੜੇ ਹੋਏ, ਉਹਨਾਂ ਨੂੰ ਦੇਖਦੇ ਹਾਂ ਤੇ ਮਨ ਦੁਖੀ ਹੁੰਦਾ ਹੈ ਕਿ ਹੈ ਅਸੀਂ ਗੁਰਸਿੱਖ ਘਰਾਂ ਦੇ ਵਿੱਚ ਤੇ ਪਾਏ ਅਸੀਂ ਚਾਂਦੀ ਦੇ ਕੜੇ ਹੋਏ ਨੇ। ਚਾਂਦੀ ਦੇ ਕੜੇ ਅਸੀਂ ਪਾ ਕੇ ਤੇ ਆਪਣੇ ਆਪ ਨੂੰ ਗੁਰਸਿੱਖ ਅਖਾਉਂਦੇ ਹਾਂ, ਪਰ ਮਹਾਰਾਜ ਜੀ ਕਹਿੰਦੇ ਮੈਂ ਤਾਂ ਤੈਨੂੰ ਚਾਂਦੀ ਨਾਲ ਜੋੜਿਆ ਹੀ ਨਹੀਂ, ਮੈਂ ਤਾਂ ਤੈਨੂੰ ਇਹ ਚਾਂਦੀ ਨਾਲ ਜੋੜਿਆ ਹੀ ਨਹੀਂ। ਤੂੰ ਫਕਰ ਨਾਲ, ਮਾਣ ਨਾਲ ਚਾਂਦੀ ਦਾ ਕੜਾ ਪਾ ਕੇ ਕਹਿੰਦਾ ਮੈਂ ਗੁਰਸਿੱਖ ਹਾਂ। ਗੁਰੂ ਸਾਹਿਬ ਨੇ ਕਿਹਾ ਸੀ, ਇੱਕ ਗੱਲ ਬਿਲਕੁਲ ਸਾਫ਼ ਕਲੀਅਰ ਕਰ ਦਿੱਤੀ ਸੀ ਕਿ ਰਹਿਤ ਬਿਨਾ ਨਾ ਸਿੱਖ ਕਹਾਵੇ, ਰਹਿਤ ਬਿਨਾ ਦਰ ਚੋਟਾਂ ਖਾਵੇ, ਰਹਿਣੀ ਰਹੇ ਸੋਈ ਸਿੱਖ ਮੇਰਾ। ਜਿਹੜੀ ਰਹਿਤ ਸਾਨੂੰ ਦਿੱਤੀ ਹੈ, ਅਸੀਂ ਉਹਦੇ ਵਿੱਚ ਰਹਿਤਵਾਨ ਸਿੱਖ ਬਣ ਕੇ ਚੱਲਣਾ ਹੈ, ਪਰ ਅਸੀਂ ਤੇ ਹਜੇ ਆ ਸੋਨੇ ਚਾਂਦੀ ਵਿੱਚੋਂ ਹੀ ਨਹੀਂ ਨਿਕਲ ਸਕੇ, ਅਸੀਂ ਇਹਦੇ ਵਿੱਚੋਂ ਹੀ ਨਹੀਂ ਹਜੇ ਨਿਕਲ ਸਕੇ ਹਾਂ। ਹਜੇ ਤਾਂ ਗੁਰੂ ਦੀ ਦਿੱਤੀ ਹੋਈ ਬਖਸ਼ਿਸ਼ ਵਾਲਾ ਕੜਾ ਹੀ ਨਹੀਂ ਸਾਨੂੰ ਚੰਗਾ ਲੱਗਦਾ, ਤੇ ਗੁਰਬਾਣੀ ਕਿੱਥੋਂ ਚੰਗੀ ਲੱਗਣੀ ਹੈ। ਗੁਰੂ ਸਾਹਿਬ ਜੀ ਕਿਰਪਾ ਕਰਨ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ, ਆ ਜਿਹੜਾ ਤੂੰ ਸੋਨੇ ਚਾਂਦੀ ਕੀਮਤੀ ਰਤਨ ਪਦਾਰਥ ਹੀਰੇ ਮੋਤੀ ਇਹ ਸਭ ਕੁਝ ਖਾਕ ਹੋ ਜਾਣਾ ਹੈ। ਤਾਂ ਹੀ ਆਖਿਆ ਸੀ ਤੂੰ ਗੁਰਬਾਣੀ ਦਾ ਅੰਦਰ ਰਸ ਲੈ ਕੇ ਵੇਖ, ਤੇਰੀ ਜ਼ਿੰਦਗੀ ਇਸ ਅਵਸਥਾ ਤੱਕ ਪਹੁੰਚ ਜਾਏਗੀ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਂਕੈ, ਕੰਚਨ ਮਾਟੀ ਮਾਨੈ। ਤੂੰ ਆਖੇਂਗਾ ਇਹ ਸੋਨਾ ਇਹ ਤੇ ਮਿੱਟੀ ਸਮਾਨ ਹੈ, ਕਿਉਂਕਿ ਇੱਕ ਦਿਨ ਮੈਂ ਵੀ ਮਿੱਟੀ ਹੋ ਜਾਣਾ, ਖਾਕ ਹੋ ਜਾਣਾ ਇਹ ਸਰੀਰ। ਇਸ ਲਈ ਸਭ ਕਹਿੰਦੇ ਇਹ ਸਭ ਕੁਝ ਖਾਕ ਹੈ। ਮਨ ਤੂੰ ਕਿਹੜੇ ਭਰਮ ਦੇ ਵਿੱਚ ਜੀ ਰਿਹਾ, ਪ੍ਰਭੂ ਦੀ ਸ਼ਰਨ ਵਿੱਚ ਆ ਕੇ ਉਹਦਾ ਸਿਮਰਨ ਕਰ। ਮਾਤ ਪਿਤਾ ਸੁਤ ਬੰਧਪਾ ਕੂੜੇ ਸਭੇ ਸਾਕ, ਕਿਹੜੇ ਮੋਹ ਵਿੱਚ ਪਿਆ ਹੋਇਆ। ਇੱਥੇ ਧਿਆਨ ਰੱਖਿਓ, ਇਹ ਨਹੀਂ ਕਹਿ ਰਹੇ ਵੀ ਤੁਸੀਂ ਮਾਤਾ ਪਿਤਾ ਜੀ ਛੱਡ ਦਿਓ, ਭੈਣ ਭਰਾ ਧੀਆਂ ਪੁੱਤਰ ਛੱਡ ਕੇ ਪਾਸੇ ਹੋ ਜੋ, ਨਹੀਂ, ਰਹਿਣਾ ਪਰਿਵਾਰ ਵਿੱਚ ਹੀ ਹੈ। ਧੀਆਂ ਪੁੱਤਰਾਂ ਦੇ ਵਿੱਚ ਰਹੋ, ਮਾਂ ਬਾਪ ਦੀ ਸੇਵਾ ਕਰੋ, ਭੈਣ ਭਰਾ ਦਾ ਪਿਆਰ ਦਿਲ ਵਿੱਚ ਰੱਖੋ, ਪਰ ਇੰਨਾ ਮੋਹ ਵੀ ਨਾ ਪਾਲੋ ਕਿ ਤੁਹਾਨੂੰ ਪਰਮੇਸ਼ਵਰ ਵਿਸਰ ਜਾਏ। ਮੋਹ ਨਹੀਂ ਪਾਉਣਾ। ਪਿਆਰ ਇੱਕ ਵੱਖਰੀ ਚੀਜ਼ ਹੈ, ਉਹ ਮੋਹ ਜਿਹੜਾ ਹੈ ਉਹ ਇੱਕ ਵੱਖਰੀ ਚੀਜ਼ ਹੈ। ਮੋਹ ਨਹੀਂ ਅਸੀਂ ਇਹਨਾਂ ਦੇ ਨਾਲ ਪਾਉਣਾ। ਸਾਹਿਬ ਜੀ ਕਹਿੰਦੇ ਨੇ ਇਹ ਸਭ ਜਿਹੜੇ ਸਾਕ ਸੰਬੰਧ ਰਿਸ਼ਤੇ ਨੇ ਇਹ ਵੀ ਕੂੜੇ ਨੇ, ਝੂਠੇ ਨੇ, ਭਾਵ ਬਿਨਸ ਜਾਣ ਵਾਲੇ ਨੇ। ਕੋਈ ਸਦਾ ਕਿਸੇ ਦੇ ਨਾਲ ਰਿਸ਼ਤਾ ਔੜਕ ਤੱਕ ਨਿਭਣ ਵਾਲਾ ਨਹੀਂ ਹੈ। ਜੇ ਹੈ ਤੇ ਇੱਕੋ ਹੀ ਹੈ, ਉਹ ਵੀ ਪਰਮੇਸ਼ਵਰ ਦੇ ਨਾਮ ਦਾ। ਸੰਗ ਸਖਾ ਸਭ ਤਜ ਗਏ, ਕਉ ਨ ਨਿਭਿਓ ਸਾਥ, ਕਹੋ ਨਾਨਕ ਇਹ ਬਿਪਤ ਮੈਂ ਟੇਕ, ਏਕ ਰਘੁਨਾਥ। ਕਿਉਂਕਿ ਆ ਸਾਰੇ ਸਾਕ ਸੰਬੰਧ ਇਹ ਸਭ ਝੂਠੇ ਨੇ, ਬਿਨਸ ਜਾਣ ਵਾਲੇ ਨੇ। ਬੱਚੇ ਮਾਪਿਆਂ ਤੋਂ ਵਿਛੜ ਗਏ, ਭਾਵ ਮਾਪਿਆਂ ਦੇ ਦੇਖਦਿਆਂ ਦੇਖਦਿਆਂ ਬੱਚੇ ਦੁਨੀਆ ਤੋਂ ਚਲੇ ਗਏ, ਤੇ ਬੱਚਿਆਂ ਦੇ ਦੇਖਦਿਆਂ ਦੇਖਦਿਆਂ ਮਾਪੇ ਦੁਨੀਆ ਤੋਂ ਚਲੇ ਗਏ। ਇਹ ਸਾਕ ਸੰਬੰਧ ਜਿੰਨੇ ਵੀ ਨੇ, ਪਤਾ ਹੀ ਨਹੀਂ ਕਦੋਂ ਕਿਹਦੀ ਤੰਦ ਟੁੱਟ ਜਾਣੀ ਹੈ, ਕਦੋਂ ਕਿਸੇ ਨੇ ਕਿਹਨੇ ਵਿਛੋੜਾ ਦੇ ਕੇ ਤੁਰ ਜਾਣਾ ਹੈ, ਕੋਈ ਪਤਾ ਨਹੀਂ ਹੈ। ਇਸ ਲਈ ਸਭ ਕਹਿੰਦੇ ਇਹ ਸਾਰੇ ਦੇ ਸਾਰੇ ਸਾਕ ਕੂੜੇ ਨੇ, ਝੂਠੇ ਨੇ। ਇੱਕ ਧੀ ਮਾਪਿਆਂ ਦੇ ਘਰ ਕਿੰਨੇ ਲਾਡਾਂ ਪਿਆਰ ਦੇ ਨਾਲ ਪਾਲੀ ਜਾਂਦੀ ਹੈ, ਰਾਣੀ ਬਣ ਕੇ ਰਹਿੰਦੀ ਹੈ ਧੀ। ਉਹਨੂੰ ਇਹ ਹੁੰਦਾ ਵੀ ਸਾਰੀ ਜ਼ਿੰਦਗੀ ਇਹ ਮਾਂ-ਬਾਪ ਮੇਰੇ ਨਾਲ, ਭੈਣ ਭਰਾ ਮੇਰੇ ਨਾਲ ਨੇ, ਮੈਨੂੰ ਕੋਈ ਚਿੰਤਾ ਨਹੀਂ। ਪਰ ਜਿਸ ਦਿਨ ਉਹਦਾ ਪਿਤਾ, ਉਹਦਾ ਬਾਬਲ ਧੀ ਨੂੰ ਕਹਿੰਦਾ ਵੀ ਲੈ ਧੀਏ ਆ ਪਕੜ ਪੱਲਾ, ਮੈਂ ਅੱਜ ਤੋਂ ਤੈਨੂੰ ਇਹਦੇ ਹਵਾਲੇ ਕੀਤਾ, ਅੱਜ ਤੂੰ ਇਹਦੇ ਨਾਲ ਤੁਰ ਕੇ ਜਾਣਾ, ਪੇਕੇ ਘਰ ਤੋਂ ਸਹੁਰੇ ਘਰ ਜਾਣਾ, ਅੱਜ ਤੋਂ ਤੇਰੇ ਮਾਂ-ਬਾਪ ਤੇਰਾ ਪਰਿਵਾਰ ਅੱਜ ਤੋਂ ਇਹ ਘਰ ਹੋਏਗਾ। ਉਹ ਇੱਕ ਹੈਰਾਨੀ ਹੁੰਦੀ ਹੈ ਕਿ ਮੇਰੇ ਬਾਬਲਾ ਇੰਨੇ ਸਾਲ ਤੂੰ ਮੈਨੂੰ ਘਰ ਰੱਖਿਆ, ਇੰਨੇ ਲਾਡਾਂ ਨਾਲ ਤੂੰ ਪਿਆਰ ਨਾਲ ਮੈਨੂੰ ਪਾਲ ਕੇ ਤੂੰ ਮੈਨੂੰ ਧੀ ਰਾਣੀ ਕਰਦਾ ਰਿਹਾ, ਤੇ ਮੈਂ ਵੀ ਤੇਰੇ ਪਿਆਰ ਵਿੱਚ ਭਿੱਜੀ ਰਹੀ। ਅੱਜ ਤੂੰ ਮੇਰਾ ਪੱਲਾ ਕਿਸੇ ਹੋਰ ਨੂੰ ਪਕੜਾ ਦਿੱਤਾ, ਅੱਜ ਤੂੰ ਮੈਨੂੰ ਕਹਿ ਰਿਹਾ ਵੀ ਇਹਦੇ ਨਾਲ ਤੁਰ ਜਾ, ਅੱਜ ਤੋਂ ਤੇਰੀ ਜ਼ਿੰਦਗੀ ਇਹਦੇ ਨਾਲ ਹੈ।
ਉੱਥੇ ਫਿਰ ਇੱਕ ਸ਼ਬਦ ਪੜਿਆ ਜਾਂਦਾ ਹੈ ਜਦੋਂ ਆਨੰਦ ਕਾਰਜ ਹੁੰਦਾ ਨਾ ਗੁਰੂ ਘਰ ਵਿੱਚ, ਤੇ ਉੱਥੇ ਸ਼ਬਦ ਪੜਿਆ ਜਾਂਦਾ ਹੈ, ਹੱਬੇ ਸਾਕ ਕੁੜਾਵੇ ਡਿਠੇ ਤੋ ਪੱਲੇ ਤੈਂਡੇ ਲੱਗੀ। ਜਦੋਂ ਤੇਰੇ ਪੱਲੇ ਲੱਗੀ ਤਾਂ ਪਤਾ ਲੱਗਾ ਹੱਬੇ ਸਾਕ ਕੁੜਾਵੇ ਡਿਠੇ। ਜੋ ਸੱਚ ਸੀ ਉਹ ਇੱਕ ਪਲ ਦੇ ਵਿੱਚ ਹੀ ਝੂਠ ਵਿੱਚ ਬਦਲ ਗਿਆ। ਜਦੋਂ ਅਸੀਂ ਗੁਰੂ ਸੱਚ ਦਾ ਪੱਲਾ ਤੇ ਗੁਰਬਾਣੀ ਆ ਨਾ, ਜਦੋਂ ਗੁਰਬਾਣੀ ਦਾ ਪੱਲਾ ਪਕੜ ਲਓਗੇ, ਇਹ ਹੱਬੇ ਸਾਕ ਕੁੜਾਵੇ ਡਿਠੇ, ਇਹ ਸਾਰੇ ਦੇ ਸਾਰੇ ਹੀ ਕੁੜਾਵੇ ਨਜ਼ਰ ਆਉਣ ਲੱਗ ਜਾਣਗੇ। ਭਾਵ ਕੋਈ ਕਿਸੇ ਦੇ ਨਾਲ ਔੜਕ ਤੱਕ ਨਿਭਣ ਵਾਲਾ ਨਹੀਂ ਹੈ। ਤੇ ਬਾਕੀ ਰਹੀ ਗੱਲ, ਜਦੋਂ ਕੋਈ ਕੁਦਰਤੀ ਆਫਤ, ਕੋਈ ਬਿਮਾਰੀ, ਕੋਈ ਰੋਗ ਐਸਾ ਆ ਜਾਏ ਤੇ ਉੱਥੇ ਪਤਾ ਲੱਗਦਾ ਵੀ ਕਿੰਨੇ ਆਪਣੇ ਤੇ ਪਰਾਏ ਨੇ। ਆ ਜਿਹੜਾ ਬਿਮਾਰੀ ਦਾ ਦੌਰ ਲੰਘ ਕੇ ਗਿਆ, ਇਹਨੇ ਬੜਾ ਕੁਝ ਦਿਖਾਇਆ ਸਾਨੂੰ, ਬੜਾ ਕੁਝ ਸਿਖਾਇਆ ਵੀ ਹੈ ਤੇ ਦਿਖਾਇਆ ਵੀ ਹੈ ਸਾਨੂੰ। ਕਿੱਥੇ ਗਏ ਉਹ ਸਾਕ ਸੰਬੰਧੀ ਜਿਹੜੇ ਕਹਿੰਦੇ ਸੀ ਮਾਪਿਆਂ ਨੂੰ ਹੱਥ ਲਾਉਣ ਤੋਂ ਵੀ ਡਰ ਲੱਗਦਾ ਸੀ? ਉੱਥੇ ਤਾਂ ਕਹਿੰਦੇ ਸੀ ਵੀ ਇਹਨੂੰ ਜੇ ਆਹ ਰੋਗ ਲੱਗ ਗਿਆ, ਜੇ ਕਰੋਨਾ ਦੀ ਬਿਮਾਰੀ ਹੋ ਗਈ, ਇਹਨੂੰ ਘਰ ਨਹੀਂ ਲੈ ਕੇ ਆਉਣਾ, ਇਹਨੂੰ ਬਾਹਰ-ਬਾਹਰ ਹੀ ਰੱਖਿਓ। ਉੱਥੇ ਸਾਰੇ ਸਾਕ ਜਿਹੜੇ ਸੀ ਉਹ ਝੂਠੇ ਨਜ਼ਰ ਆ ਗਏ। ਮਹਾਰਾਜ ਕਹਿੰਦੇ ਇਹ ਤਾਂ ਜਿਉਂਦਿਆਂ ਵੇਖ, ਮਰਨ ਤੋਂ ਬਾਅਦ ਤੂੰ ਕਿੱਥੇ ਵੇਖਣਾ ਹੈ? ਮਰਨ ਤੋਂ ਬਾਅਦ ਕਿੱਥੇ ਤੂੰ ਵੇਖੇਗਾ? ਤੈਨੂੰ ਤੇ ਜਿਉਂਦਿਆਂ ਜੀ ਕੁਦਰਤੀ ਜਦੋਂ ਆਫਤ ਕੋਈ ਆਉਂਦੀ ਹੈ ਤੇ ਤੈਨੂੰ ਜਿਉਂਦਿਆਂ ਜੀ ਵੇਖਣ ਨੂੰ ਮਿਲ ਜਾਂਦਾ ਹੈ। ਇਸ ਲਈ ਤੇਰਾ ਅਸਲ ਸੰਬੰਧ ਪਰਮੇਸ਼ਵਰ ਦੇ ਨਾਮ ਦੇ ਨਾਲ ਹੈ। ਤੂੰ ਇਹਨਾਂ ਦੇ ਵਿੱਚ ਰਹਿ, ਪਰਿਵਾਰ ਦੇ ਵਿੱਚ ਰਹਿ, ਪਰ ਇੰਨਾ ਮੋਹ ਨਾ ਪਾ ਕਿ ਤੈਨੂੰ ਪਰਮੇਸ਼ਵਰ ਭੁੱਲ ਜਾਏ। ਤੈਨੂੰ ਅਸਲ ਜ਼ਿੰਦਗੀ ਦਾ ਮਾਰਗ ਜਿਹੜਾ ਉਹ ਤੇਰੇ ਤੋਂ ਖੁੰਝ ਜਾਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ, ਮਾਤ ਪਿਤਾ ਸੁਤ ਬੰਧ ਪਾ, ਕੂੜੇ ਸਭੇ ਸਾਕ, ਜਿਨ ਕੀਤਾ ਤਿਸੈ ਨਾ ਜਾਣਈ। ਤੂੰ ਇਹਨਾਂ ਦੇ ਮੋਹ ਵਿੱਚ ਫਸ ਗਿਆ। ਜਿਹਨੇ ਤੈਨੂੰ ਪੈਦਾ ਕੀਤਾ ਤੂੰ ਉਹਨੂੰ ਹੀ ਨਹੀਂ ਜਾਣਿਆ। ਜਿਹਨੇ ਤੈਨੂੰ ਸਾਜਿਆ, ਸਵਾਰਿਆ, ਸ਼ਿੰਗਾਰਿਆ, ਹਾੜ ਮਾਸ ਨਾੜੀ ਦਾ ਪਿੰਜਰ ਬਣਾ ਕੇ ਵਿੱਚ ਇੱਕ ਜਿੰਦ ਰੱਖ ਕੇ ਤੈਨੂੰ ਸੰਸਾਰ ਵਿੱਚ ਭੇਜਿਆ, ਤੂੰ ਉਹਨੂੰ ਹੀ ਨਹੀਂ ਜਾਣਦਾ ਦੁਨੀਆ 'ਚ। ਜੇ ਤੂੰ ਉਹਨੂੰ ਨਹੀਂ ਜਾਣਦਾ ਫਿਰ ਮਨ ਮੁਖ ਪਸ਼ੂ ਨਾਪਾਕ, ਤੂੰ ਪਾਕ ਪਵਿੱਤਰ ਜੀਵਨ ਵਾਲਾ ਨਹੀਂ ਹੈ, ਤੂੰ ਨਾਪਾਕ ਹੈ, ਅਪਵਿੱਤਰ ਜੀਵਨ ਵਾਲਾ ਹੈ। ਮਨ ਨੂੰ ਕਹਿ ਰਹੇ ਆ, ਮਨ ਤੂੰ ਫਿਰ ਪਾਕ ਪਵਿੱਤਰ ਨਹੀਂ, ਨਾਪਾਕ ਹੈ ਤੂੰ ਪਸ਼ੂ ਬਿਰਤੀ ਵਾਲਾ ਹੈ, ਤੂੰ ਮਨਮੁਖ ਹੈ। ਜੇ ਜਿਹਨੇ ਤੈਨੂੰ ਪੈਦਾ ਕੀਤਾ, ਜਿਹਨੇ ਤੈਨੂੰ ਸਾਜਿਆ, ਸਵਾਰਿਆ, ਸ਼ਿੰਗਾਰਿਆ ਔਰ ਤੈਨੂੰ ਪਹਿਨਣ ਵਾਸਤੇ, ਖਾਣ ਵਾਸਤੇ ਜੀਵਨ ਸੋਹਣਾ ਦਿੱਤਾ, ਤੂੰ ਜੇ ਉਹਨੂੰ ਨਹੀਂ ਚੇਤੇ ਕੀਤਾ ਜਾਂ ਉਹਨੂੰ ਹੀ ਨਹੀਂ ਤੂੰ ਜਾਣਦਾ ਤਾਂ ਤੇਰੀ ਜ਼ਿੰਦਗੀ ਮਨਮੁਖ ਵਾਲੀ ਹੈ, ਤੇਰੀ ਜ਼ਿੰਦਗੀ ਪਸ਼ੂ ਵਾਲੀ ਹੈ, ਤੇਰੀ ਜ਼ਿੰਦਗੀ ਨਾਪਾਕ ਹੈ। ਤੇਰੇ ਅੰਦਰ ਗੰਦਗੀ ਹੈ। ਨਾਪਾਕ ਦਾ ਅਰਥ ਜਿੱਥੇ ਅੰਦਰ ਗੰਦਗੀ ਭਰੀ ਹੋਵੇ, ਵਿਕਾਰਾਂ ਦੀ ਗੰਦਗੀ ਵਾਲਾ ਹੈ ਤੂੰ। ਕਰਤੂਤ ਪਸ਼ੂ ਕੀ ਮਾਨਸ ਜਾਤ ਵਾਲਾ ਹੈ ਤੂੰ। ਮਨਮੁਖ ਚੱਲੇ ਮੂਲ ਗਵਾਏ ਵਾਲਾ ਤੇਰਾ ਜੀਵਨ ਹੈ। ਜਿਨ ਕੀਤਾ ਤਿਸੇ ਨਾ ਜਾਣਨੀ, ਜੇ ਤੂੰ ਜਾਣਈ, ਜੇ ਜਿਹਨੇ ਤੈਨੂੰ ਪੈਦਾ ਕੀਤਾ, ਜੇ ਤੂੰ ਉਸ ਮਾਲਕ ਨੂੰ ਹੀ ਦੁਨੀਆ ਵਿੱਚ ਆ ਕੇ ਨਹੀਂ ਜਾਣਦਾ ਹੈ। ਅੰਤਰ ਬਾਹਰ ਰਵ ਰਹਿਆ, ਤਿਸਨੁ ਜਾਣੈ ਦੂਰ। ਤ੍ਰਿਸ਼ਨਾ ਲਾਗੀ ਰਚ ਰਹਿਆ, ਅੰਤਰ ਹਉਮੈ ਕੂਰ। ਭਗਤੀ ਨਾਮ ਵਿਹੂਣਿਆ, ਆਵਹਿ ਵੰਜਹਿ ਪੂਰ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਫਿਰ ਤੀਸਰੇ ਪਦੇ ਵਿੱਚ ਕਿਰਪਾ ਕਰਦੇ। ਸਾਹਿਬ ਜੀ ਕਹਿੰਦੇ, ਅੰਤਰ ਬਾਹਰ ਰਵ ਰਹਿਆ, ਜਿਨ ਕੀਤਾ ਤਿਸੇ ਨਾ ਜਾਣਈ। ਜਿਹਨੇ ਤੇਰਾ ਜੀਵਨ ਤੈਨੂੰ ਇਹ ਦਿੱਤਾ ਹੈ, ਤੂੰ ਉਹਨੂੰ ਹੀ ਨਹੀਂ ਜਾਣਦਾ, ਤੂੰ ਉਹਨੂੰ ਭੁਲਾ ਕੇ ਬੈਠਾ ਹੋਇਆ। ਪਰ ਉਹ ਕੀ ਹੈ? ਅੰਤਰ ਬਾਹਰ ਰਵ ਰਹਿਆ। ਉਹ ਤੇਰੇ ਅੰਦਰ ਵੀ ਹੈ, ਤੇਰੇ ਬਾਹਰ ਵੀ ਹੈ, ਤੇਰੇ ਅੰਦਰ ਵੀ ਵਰਤ ਰਿਹਾ, ਤੇਰੇ ਬਾਹਰ ਵੀ ਵਰਤ ਰਿਹਾ। ਉਹ ਕਣ ਕਣ ਦੇ ਵਿੱਚ ਵਰਤ ਰਿਹਾ ਹੈ। ਅਕਾਲ ਪੁਰਖ ਪਰਮੇਸ਼ਵਰ ਤਿਸ ਨੂੰ ਜਾਣੇ ਦੂਰ। ਤੂੰ ਉਹਨੂੰ ਦੂਰ ਜਾਣਦਾ ਵੀ ਰੱਬ ਬੜੀ ਦੂਰ ਹੈ।
ਵੀ ਜੋ ਮੈਂ ਕਰਦਾ ਵਾਂ ਦੁਨੀਆ ਨੂੰ ਵੀ ਨਹੀਂ ਪਤਾ ਲੱਗਦਾ ਤੇ ਰੱਬ ਨੂੰ ਵੀ ਨਹੀਂ ਪਤਾ ਲੱਗਦਾ। ਤੂੰ ਕਿਸ ਭਰਮ ਦੇ ਵਿੱਚ ਮਨ ਰਹਿ ਰਿਹਾ ਹੈ? ਜਿਹੜਾ ਪਰਮੇਸ਼ਵਰ ਤੈਨੂੰ ਲੱਗਦਾ ਨਾ ਤੂੰ ਜਾਣਦਾ ਬੜੀ ਦੂਰ ਹੈ, ਜਿੰਨੀ ਦੂਰ ਸਮਝਦਾ ਪ੍ਰਭ ਨੇੜ ਹੂੰ ਤੇ ਨੇੜਿਆ, ਉਹ ਨੇੜੇ ਤੋਂ ਵੀ ਨੇੜੇ ਹੈ। ਹਰ ਇੱਕ ਪਲ ਦੀ ਖਬਰ ਰੱਖਣ ਵਾਲਾ ਹੈ ਉਹ। ਜੋ ਤੇਰੇ ਮਨ ਦੇ ਵਿੱਚ ਚੱਲ ਰਿਹਾ ਹੈ, ਜੋ ਚੱਲ ਰਿਹਾ ਹੈ, ਉਹ ਹਰ ਇੱਕ ਦੀ ਖਬਰ ਰੱਖਣ ਵਾਲਾ ਹੈ। ਇੰਨੀ ਨੇੜੇ ਹੈ ਉਹ ਤੇਰੇ। ਤੂੰ ਕਿਹੜੇ ਭਰਮ ਦੇ ਵਿੱਚ ਜੀ ਰਿਹਾ ਹੈ? ਅੰਤਰ ਬਾਹਰ ਰਵ ਰਹਿਆ ਤਿਸਨੂੰ ਜਾਣੈ ਦੂਰ, ਤ੍ਰਿਸ਼ਨਾ ਲਾਗੀ ਰਚ ਰਹਿਆ ਅੰਤਰ ਹੋਮੈ ਕੂਰ। ਉਹਨੂੰ ਦੂਰ ਸਮਝ ਲਿਆ, ਤੇਰੇ ਅੰਦਰ ਤ੍ਰਿਸ਼ਨਾ ਆ ਗਈ। ਉਹ ਤ੍ਰਿਸ਼ਨਾ ਤੈਨੂੰ ਪਤਾ ਨਹੀਂ ਕਿੱਥੇ ਤੋਂ ਕਿੱਥੇ ਤੱਕ ਲੈ ਗਈ। ਤ੍ਰਿਸ਼ਨਾ ਵੱਧਦੀ ਗਈ, ਪਿਆਸ ਵੱਧਦੀ ਗਈ, ਤੇਰੀ ਦੌੜ ਵੀ ਵੱਧਦੀ ਗਈ। ਕਹਿੰਦੇ ਜਿਹੜੀ ਤ੍ਰਿਸ਼ਨਾ ਮਾਇਆ ਰੂਪੀ ਤ੍ਰਿਸ਼ਨਾ ਲੱਗ ਗਈ, ਇਹਨੇ ਤੇਰੇ ਅੰਦਰ ਝੂਠਾ ਹਉਮੈ ਪੈਦਾ ਕਰ ਦਿੱਤਾ। ਤੂੰ ਇਸ ਝੂਠ ਦੇ ਹਉਮੈ ਦੇ ਵਿੱਚ ਜੀ ਰਿਹਾ। ਹਉਮੈ ਹੰਕਾਰ ਕਿੱਥੇ ਹੁੰਦਾ? ਮਨ ਵਿੱਚ। ਤ੍ਰਿਸ਼ਨਾ ਕਿੱਥੇ ਹੈ? ਮਨ ਵਿੱਚ। ਕਾਮ ਕ੍ਰੋਧ ਲੋਭ ਮੋਹ ਹੰਕਾਰ ਕਿੱਥੇ ਹੈ? ਮਨ ਵਿੱਚ। ਇਸ ਲਈ ਕਹਿ ਰਹੇ ਆ ਮਨ, ਮੇਰੇ ਮਨ ਤੂੰ ਵਾਹਿਗੁਰੂ ਦੀ ਸ਼ਰਨ ਵਿੱਚ ਆ, ਐਵੇਂ ਤ੍ਰਿਸ਼ਨਾ ਨਾ ਵਧਾ ਆਪਣੀ, ਐਵੇਂ ਝੂਠੇ ਹਉਮੈ ਦੇ ਵਿੱਚ ਨਾ ਜੀ। ਤੂੰ ਹੰਕਾਰ ਦੀ ਜ਼ਿੰਦਗੀ ਜਿਹੜੀ ਜੀ ਰਿਹਾ ਇਹਨੂੰ ਛੱਡ ਦੇ। ਭਗਤੀ ਨਾਮ ਵਿਹੂਣੀਆਂ ਆਵਹਿ ਵੰਜਹਿ ਪੂਰ। ਜਿਹੜੇ ਉਹਦੀ ਭਗਤੀ ਤੋਂ ਬਿਨਾਂ ਹੁੰਦੇ ਨੇ, ਜਿਹੜੇ ਉਹਦੇ ਨਾਮ ਸਿਮਰਨ ਭਜਨ ਬੰਦਗੀ ਤੋਂ ਬਿਨਾਂ ਹੁੰਦੇ ਨੇ, ਕਹਿੰਦੇ ਨੇ ਉਹ ਆਉਂਦੇ ਤੇ ਜਾਂਦੇ ਰਹਿੰਦੇ ਨੇ। ਇਹ ਸੰਸਾਰ ਵਿੱਚ ਵੇਖ, ਪੂਰ ਦਾ ਅਰਥ ਹੈ ਭਰੇ ਹੋਏ ਆ ਰਹੇ ਨੇ। ਜਿਵੇਂ ਸਮੁੰਦਰ ਵਿੱਚ ਜਹਾਜ਼ ਹੁੰਦਾ ਨਾ, ਜਹਾਜ਼ ਭਰਿਆ ਹੋਇਆ ਜਹਾਜ਼ ਆ ਰਿਹਾ ਹੈ ਤੇ ਮੁਸਾਫਿਰ ਜਿਹੜੇ ਉਹਦੇ ਵਿੱਚ ਨੇ ਸਫ਼ਰ ਕਰਨ ਵਾਲੇ, ਉਹਨਾਂ ਨੂੰ ਉਤਾਰ ਰਿਹਾ ਹੈ, ਫਿਰ ਭਰ ਕੇ ਅੱਗੇ ਜਾ ਰਿਹਾ ਹੈ। ਬਸ ਸਾਡੀ ਵੀ ਹਾਲਤ ਇਹ ਹੈ ਵੀ ਭਰੇ ਭਰਾਏ ਆ ਰਹੇ ਆ ਦੁਨੀਆ ਵਿੱਚ ਤੇ ਭਰੇ ਭਰਾਏ ਦੁਨੀਆ ਤੋਂ ਜਾ ਰਹੇ। ਕਿੰਨੀ ਇੱਕ ਦਿਨ ਵਿੱਚ ਕਿੰਨੇ ਜਨਮ ਲੈਂਦੇ ਆ ਤੇ ਕਿੰਨਿਆਂ ਦੀ ਮੌਤ ਹੁੰਦੀ ਹੈ। ਕਿੰਨੇ ਦੁਨੀਆ ਤੋਂ ਆ ਰਹੇ ਆ ਤੇ ਕਿੰਨੇ ਦੁਨੀਆ ਤੋਂ ਜਾ ਰਹੇ ਆ। ਕਹਿੰਦੇ ਨੇ ਇੱਥੇ ਭਰੇ ਭਰਾਏ ਆ ਰਹੇ ਆ, ਭਰੇ ਭਰਾਏ ਜਾ ਰਹੇ ਆ। ਪਰ ਧਿਆਨ ਰੱਖਿਓ, ਜੇ ਭਗਤੀ ਤੋਂ ਬਿਨਾਂ ਹਾਂ, ਨਾਮ ਤੋਂ ਖਾਲੀ ਹਾਂ, ਤਾਂ ਦੁਨੀਆ ਵਿੱਚ ਆ ਕੇ ਫਿਰ ਜਾ ਕੇ ਫਿਰ ਆ ਰਹੇ ਆ। ਪਰ ਜਿਹੜਾ ਨਾਮ ਭਗਤੀ ਵਿੱਚ ਲੀਨ ਹੋ ਜਾਂਦਾ ਹੈ, ਉਹ ਜਾ ਕੇ ਫਿਰ ਮੁੜ ਕੇ ਪਰਤ ਕੇ ਵਾਪਸ ਨਹੀਂ ਆਉਂਦਾ, ਕਿਉਂਕਿ ਉਹਦਾ ਆਵਾਗਮਨ ਮੁੱਕ ਜਾਂਦਾ ਹੈ, ਉਹਦਾ ਸਫ਼ਰ ਮੁੱਕ ਜਾਂਦਾ ਹੈ, ਉਹ ਆਪਣੀ ਜੀਵਨ ਯਾਤਰਾ ਸਫਲ ਕਰ ਲੈਂਦਾ ਹੈ। ਨਹੀਂ ਤਾਂ ਭਰੇ ਭਰਾਏ ਆ ਰਹੇ ਆ, ਭਰੇ ਭਰਾਏ ਹੀ ਜਾ ਰਹੇ ਆ। ਭਗਤੀ ਤੋਂ ਬਿਨਾਂ ਇਹ ਆਵਾਗਮਨ ਨਹੀਂ ਮੁੱਕਣਾ। ਤਾਂ ਹੀ ਆਖਿਆ ਸੀ ਇਸ ਜਨਮ ਵਿੱਚ ਮਨ ਬੇਨਤੀ ਕਰਿਆ ਕਰ। ਕਹਿ ਕਬੀਰ ਸੁਨੋ ਰੇ ਸੰਤੋ ਖਿਤ ਹੀ ਕਰੋ ਨਬੇਰਾ, ਅਬ ਕੀ ਬਾਰ ਬਖਸ਼ ਬੰਦੇ ਕੋ ਬਹੁਰ ਨ ਭਵ ਜਲ। ਵੀ ਦੁਬਾਰਾ ਮੈਨੂੰ ਫਿਰ ਭਵ ਜਲ ਵਿੱਚ ਨਾ ਆਉਣਾ ਪਵੇ। ਇਸ ਲਈ ਮਨ ਤੂੰ ਵਾਹਿਗੁਰੂ ਦੀ ਸ਼ਰਨ ਵਿੱਚ ਰਹਿ। ਜਿਹੜੇ ਭਗਤੀ ਤੋਂ ਨਾਮ ਸਿਮਰਨ ਤੋਂ ਬਿਨਾਂ ਹੁੰਦੇ ਨੇ, ਖਾਲੀ ਹੁੰਦੇ ਨੇ, ਉਹਨਾਂ ਦਾ ਆਉਣਾ ਜਾਣਾ ਬਣਿਆ ਰਹਿੰਦਾ ਹੈ। ਰਾਖ ਲਿਹੁ ਪ੍ਰਭ ਕਰਨਹਾਰ, ਜੀ ਜੰਤ ਕਰ ਦਇਆ। ਬਿਨ ਪ੍ਰਭ ਕੋਇ ਨਾ ਰਖਣ ਹਾਰ, ਮਹਾ ਬਿਕਟ ਜਮ ਪਿਆ। ਨਾਨਕ ਨਾਮ ਨਾ ਵਿਸਰੋ, ਕਰ ਆਪਣੀ ਹਰ ਮਇਆ। ਜਦੋਂ ਇਹ ਗੱਲਾਂ ਸਮਝ ਵਿੱਚ ਮਨ ਨੂੰ ਆਉਣਗੀਆਂ, ਫਿਰ ਅੱਗੇ ਬੇਨਤੀ ਹੋਣੀ ਹੈ। ਰਾਖ ਲਿਹੁ ਪ੍ਰਭ ਕਰਨਹਾਰ, ਜੀ ਜੰਤ ਕਰ ਦਇਆ। ਫਿਰ ਮਨ ਆਪਣੇ ਲਈ ਤਾਂ ਕਰੇਗਾ ਹੀ ਕਰੇਗਾ, ਇਹ ਫਿਰ ਦੂਜਿਆਂ ਲਈ ਵੀ ਅਰਦਾਸ ਕਰੇਗਾ। ਜਦੋਂ ਅਸੀਂ ਗੁਰੂ ਘਰ ਆਉਂਦੇ ਹਾਂ ਨਾ, ਇਹ ਗੁਰੂ ਨਾਨਕ ਸਾਹਿਬ ਦੇ ਘਰ ਦੀ ਵਡਿਆਈ ਹੈ ਕਿ ਤੁਸੀਂ ਆਏ ਤਾਂ ਆਪਣੇ ਆਪਣੇ ਲਈ ਅਰਦਾਸ ਕਰਨ ਲਈ ਹੋ, ਪਰ ਜਦੋਂ ਜਾਓਗੇ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਜਾਓਗੇ। ਆਏ ਤਾਂ ਆਪਣੀ ਆਪਣੀ ਅਰਦਾਸ ਕਰਨਾ, ਪਰ ਉਹਨਾਂ ਚਿਰ ਕੰਪਲੀਟ ਨਹੀਂ ਹੋਣੀ ਅਰਦਾਸ ਸਾਡੀ
ਜਿੰਨਾ ਚਿਰ ਅਸੀਂ ਇਹ ਨਹੀਂ ਕਹਿਣਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਹੁਣ ਮਨ ਨੂੰ ਸਮਝ ਆਈ, ਮਨ ਕਹਿੰਦਾ ਮੈਨੂੰ ਵੀ ਰੱਖ ਲਓ ਤੇ ਜੀ ਜੰਤ ਜਿੰਨੇ ਨੇ ਇਹਨਾਂ ਉੱਤੇ ਵੀ ਸਾਰਿਆਂ ਤੇ ਦਇਆ ਕਰ ਦਿਓ, ਤਾਂ ਕਿ ਇਹਨਾਂ ਨੂੰ ਵੀ ਸੱਚ ਸਮਝ ਆ ਜਾਏ। ਇਹ ਜਿਹੜੇ ਕੂੜੇ ਸੱਭੇ ਸਾਕ ਨੇ ਇਹਨਾਂ ਦੇ ਵਿੱਚੋਂ ਨਿਕਲ, ਇਹਨਾਂ ਦੇ ਮੋਹ ਵਿੱਚੋਂ ਨਿਕਲ ਕੇ ਇਹ ਬੰਦਗੀ ਮਨ ਕਰ ਸਕੇ। ਜਿੰਨੇ ਵੀ ਜੀਆਂ ਜੰਤ ਨੇ, ਜੱਜੇ ਨੂੰ ਬਿਹਾਰੀ ਨਾਲ ਐੜਾ ਬਹੁਵਚਨ, ਜਿੰਨੇ ਵੀ ਜੀਆਂ ਜੰਤ ਨੇ ਕਰ ਦਇਆ, ਇਹਨਾਂ ਸਾਰਿਆਂ ਉੱਤੇ ਮਾਲਕ ਜੀ ਆਪਣੀ ਦਇਆ ਕਰੋ ਤੇ ਰਾਖ ਲਿਓ ਪ੍ਰਭ ਕਰਨਹਾਰ। हे ਕਰਨਹਾਰ ਪਰਮੇਸ਼ਵਰ ਜੀ, ਮੈਨੂੰ ਵੀ ਤੁਸੀਂ ਆਪਣੀ ਸ਼ਰਨ ਵਿੱਚ ਰੱਖ ਲਓ। ਬਿਨ ਪ੍ਰਭ ਕੋਏ ਨਾ ਰੱਖਣ ਹਾਰ, ਕਿਉਂਕਿ ਤੁਹਾਡੇ ਤੋਂ ਬਿਨਾ ਕੋਈ ਨਹੀਂ ਜਿਹੜਾ ਰੱਖ ਸਕੇ, ਕੋਈ ਨਹੀਂ ਹੋਰ ਰੱਖਣ ਹਾਰ। ਮਹਾ ਬਿਕਟ ਜਮ ਭਇਆ, ਕਿਉਂਕਿ ਜਮ ਦਾ ਬਹੁਤ ਵੱਡਾ ਇੱਕ ਡਰ ਅੰਦਰ ਬਣ ਗਿਆ, ਜਿਹੜਾ ਹਰ ਵੇਲੇ ਸਤਾ ਰਿਹਾ, ਦੁਖੀ ਕਰ ਰਿਹਾ, ਪਰੇਸ਼ਾਨ ਕਰ ਰਿਹਾ। ਬੜਾ ਭਿਆਨਕ ਡਰ ਅੰਦਰ ਜਿਹੜਾ ਜਮ ਦਾ ਦੁੱਖ ਦਾ ਬਣਿਆ ਹੋਇਆ। ਜੇ ਕੋਈ ਰੱਖ ਸਕਦਾ ਉਹਦੇ ਵਿੱਚੋਂ ਤੇ ਵਾਹਿਗੁਰੂ ਜੀ ਤੁਸੀਂ ਹੋ। ਤੁਹਾਡੇ ਤੋਂ ਬਿਨਾ ਹੋਰ ਕੋਈ ਨਹੀਂ ਇਸ ਜਮ ਤੋਂ ਛੁਟਕਾਰਾ ਦਿਵਾ ਸਕਦਾ। ਮੇਰੇ RAM ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਤੇਰੇ ਸੇਵਕੋ ਭਉ ਕਿਛ ਨਹੀਂ ਜਮ ਨਹੀਂ ਆਵੇ ਨੇੜੇ। ਕਹਿੰਦੇ ਜਿਹੜੇ ਉਹਦੇ ਚਰਨਾਂ ਦਾ ਸੇਵਕ ਬਣ ਜਾਏ ਉਹਦੇ ਨੇੜੇ ਜਮ ਨਹੀਂ ਆਉਂਦਾ, ਫਿਰ ਦੁੱਖ ਨਹੀਂ ਆਉਂਦੇ ਉਹਦੇ ਨੇੜੇ, ਤੇ ਨਾ ਹੀ ਉਹ ਮਾਲਕ ਉਹਨਾਂ ਦੇ ਨੇੜੇ ਦੁੱਖ ਜਿਹੜਾ ਉਹ ਆਉਣ ਦਿੰਦਾ ਹੈ। ਤਾਂ ਹੀ ਤੇ ਆਖਿਆ ਸੀ ਰਹਾਉ ਵਾਲੀ ਪੰਕਤੀ ਵਿੱਚ, ਮਨ ਹਰ ਬਿਨ ਅਵਰ ਨਾ ਕੋਏ। ਤੇ ਮਨ ਕਹਿੰਦਾ ਸੀ ਨਹੀਂ ਮੈਨੂੰ ਕੋਈ ਪਰਵਾਹ ਨਹੀਂ, ਪਰ ਜਦੋਂ ਸਾਰੀ ਗੱਲ ਸਮਝਾਈ ਹੁਣ ਮਨ ਆਪ ਬੋਲ ਕੇ ਕਹਿੰਦਾ ਪ੍ਰਭ ਬਿਨ ਪ੍ਰਭ ਕੋਏ ਨਾ ਰੱਖਣ ਹਾਰ। ਹੁਣ ਮਨ ਆਪ ਕਹਿ ਰਿਹਾ, ਪਹਿਲੇ ਗੁਰੂ ਸਾਹਿਬ ਕਹਿੰਦੇ ਸੀ ਮਨ ਨੂੰ, ਹੁਣ ਮਨ ਨੂੰ ਸਮਝ ਆ ਗਈ ਕਿ ਬਿਨ ਪ੍ਰਭ ਕੋਏ ਨਾ ਰੱਖਣ ਹਾਰ। ਕਦੋਂ? ਮਹਾ ਬਿਕਟ ਜਮ ਭਇਆ, ਜਦੋਂ ਬਹੁਤ ਭਿਆਨਕ ਜਮ ਦਾ ਡਰ ਅੰਦਰ ਬਣ ਗਿਆ, ਉਦੋਂ ਮਨ ਨੂੰ ਸਮਝ ਆਈ ਤੇ ਇਹਨੇ ਬੇਨਤੀ ਕੀਤੀ ਰਾਖ ਲਿਓ ਪ੍ਰਭ ਕਰਨਹਾਰ। ਇਹ ਵਾਹਿਗੁਰੂ ਜੀ ਮੈਨੂੰ ਆਪਣੀ ਸ਼ਰਨ ਵਿੱਚ ਰੱਖ ਲਓ, ਮੈਂ ਸਦਾ ਤੁਹਾਡੀ ਸ਼ਰਨ ਵਿੱਚ ਰਹਿਣਾ ਚਾਹੁੰਦਾ। ਨਾਨਕ ਗੁਰੂ ਅਰਜਨ ਦੇਵ ਮਹਾਰਾਜ ਜੀ। ਹੁਣ ਮਨ ਕੀ ਕਹਿੰਦਾ? ਨਾਮ ਨ ਵਿਸਰੋ ਕਰ ਆਪਣੀ ਹਰ ਮਾਇਆ। हे ਵਾਹਿਗੁਰੂ ਜੀ ਤੁਸੀਂ ਆਪਣੀ ਮਾਇਆ ਮਿਹਰ ਮੇਰੇ ਤੇ ਕਰ ਦਿਓ, ਮੈਂ ਇੱਕ ਪਲ ਲਈ ਵੀ ਨਾਮ ਨੂੰ ਵਿਸਾਰਨਾ ਨਹੀਂ ਚਾਹੁੰਦਾ। ਹੁਣ ਮਨ ਕਹਿੰਦਾ ਵਿਸਰ ਨਹੀਂ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਕਹਿੰਦੇ ਹੁਣ ਮੈਂ ਇੱਕ ਪਲ ਲਈ ਵੀ ਵਿਸਾਰਨਾ ਨਹੀਂ ਚਾਹੁੰਦਾ। ਮਨ ਕਹਿੰਦਾ ਹੈ ਪ੍ਰਭੂ ਜੀ ਆਪਣੀ ਮਿਹਰ ਕਿਰਪਾ ਬਖਸ਼ਿਸ਼ ਰਹਿਮਤ ਮੇਰੇ ਤੇ ਕਰੋ, ਮੈਂ ਸਦਾ ਤੁਹਾਡੀ ਸ਼ਰਨ ਵਿੱਚ ਰਹਿਣਾ ਚਾਹੁੰਦਾ। ਕਿਉਂਕਿ ਪਤਾ ਲੱਗ ਗਿਆ ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸ਼ਰਨਾਈ, ਚਾਉ ਗਿਰਦ ਹਮਾਰੇ RAM ਕਾਰ ਦੁਖ ਲੱਗੇ ਨਾ ਭਾਈ। ਇਹ ਵਿਚਾਰ ਭਾਈ ਮਰਦਾਨਾ ਜੀ ਤੋਂ ਵੱਧ ਕੌਣ ਸਮਝ ਸਕਦਾ ਹੈ ਕਿ ਜਿਹੜੇ ਗੁਰੂ ਨਾਨਕ ਦੀ ਸ਼ਰਨ ਵਿੱਚ ਰਹਿੰਦੇ ਆ ਉਹਨਾਂ ਨੂੰ ਤੱਤੀ ਵਾਹ ਨਹੀਂ ਲੱਗਦੀ, ਉਹਨਾਂ ਨੂੰ ਦੁੱਖ ਨਹੀਂ ਲੱਗਦਾ। ਮਾੜੀ ਜੀ ਸ਼ਰਨ ਤੋਂ ਬਾਹਰ ਹੋ ਕੇ ਵੇਖੋ ਤਾਂ ਦੁੱਖ ਵੀ ਸਤਾਉਂਦਾ ਹੈ, ਤੱਤੀਆਂ ਹਵਾਵਾਂ ਵੀ ਝੰਜੋੜ ਦਿੰਦੀਆਂ। ਕਿਉਂਕਿ ਅੱਜ ਭਾਈ ਸਾਹਿਬ ਭਾਈ ਮਰਦਾਨਾ ਜੀ ਸਰੀਰਕ ਚੋਲਾ ਤਿਆਗਦੇ ਆ। ਇੰਨੀ ਵੱਡੀ ਕਮਾਈ ਹੈ ਭਾਈ ਮਰਦਾਨਾ ਜੀ ਦੀ, ਔਰ ਸਭ ਤੋਂ ਲੰਬੇਰਾ ਸਮਾਂ ਜੇ ਗੁਰੂ ਨਾਨਕ ਸਾਹਿਬ ਜੀ ਨਾਲ ਕਿਸੇ ਨੇ ਰਹਿਣਾ ਕੀਤਾ ਤੇ ਭਾਈ ਮਰਦਾਨਾ ਜੀ, ਜਿਨ੍ਹਾਂ ਨੂੰ ਭਾਈ ਸ਼ਬਦ ਦੇ ਕੇ ਗੁਰੂ ਨਾਨਕ ਸਾਹਿਬ ਨੇ ਆਪਣੇ ਨਾਲ ਤੋਰਿਆ। ਜੇ ਦੁਨੀਆ ਦੇ ਵਿੱਚ ਚੱਲਦਿਆਂ ਦੁੱਖ ਸੁੱਖ ਪਿੰਡੇ ਤੇ ਹੰਡਾਇਆ, ਮੁਸੀਬਤਾਂ ਵਿੱਚੋਂ ਦੀ ਗੁਜ਼ਰੇ, ਭੁੱਖਣ ਭਾਣੇ ਪਿਆਸੇ ਰਹਿ ਕੇ ਵੀ ਗੁਰੂ ਨਾਨਕ ਜੀ ਦੇ ਨਾਲ ਤੁਰੇ, ਤੇ ਉਹ ਭਾਈ ਮਰਦਾਨਾ ਜੀ ਨੇ। ਜੇ ਅਸੀਂ ਤੇ ਪੜ੍ਹਦੇ ਹਾਂ ਨਾ ਕਿ ਮਾਲਕ ਜੀਓ ਕਿ ਜੇ ਤੂੰ ਸਾਨੂੰ ਸੁੱਖ ਦੇਂਗਾ ਤਾਂ ਵੀ ਤੈਨੂੰ ਧਿਆਉਣਾ, ਦੁੱਖ ਦੇਂਗਾ ਤਾਂ ਵੀ ਤੈਨੂੰ ਧਿਆਉਣਾ, ਭੁੱਖਾ ਰੱਖੇਂਗਾ ਤਾਂ ਵੀ ਤੈਨੂੰ ਧਿਆਉਣਾ। ਪਰ ਜਦੋਂ ਕਿਤੇ ਸਮਾਂ ਬਣ ਆਵੇ ਤੇ ਉਲਾਂਭੇ ਵੀ ਸ਼ੁਰੂ ਹੋ ਜਾਂਦੇ ਆ। ਪਰ ਜੇ ਕਿਸੇ ਨੇ ਕਮਾਇਆ ਤੇ ਉਹ ਭਾਈ ਮਰਦਾਨਾ ਜੀ ਨੇ। ਗੁਰੂ ਨਾਨਕ ਸਾਹਿਬ ਜੀ ਤੋਂ 10 ਸਾਲ ਵੱਡੇ ਨੇ
1469 ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੈ ਤੇ 1459 ਦੇ ਵਿੱਚ ਭਾਈ ਮਰਦਾਨਾ ਜੀ ਦਾ ਜਨਮ ਹੈ। ਰਾਏ ਭੋਇੰ ਦੀ ਤਲਵੰਡੀ ਦਾ ਹੀ ਜਨਮ ਹੈ। ਬਚਪਨ ਦੇ ਵਿੱਚ ਹੀ ਗੁਰੂ ਨਾਨਕ ਸਾਹਿਬ ਜੀ ਦਾ ਸੰਗ ਮਿਲਿਆ, ਕਿਉਂਕਿ 10 ਸਾਲ ਉਮਰ ਵੀ ਵੱਡੀ ਹੈ। ਗੁਰੂ ਨਾਨਕ ਸਾਹਿਬ ਜੀ ਦਾ ਸੰਗ ਵੀ ਮਿਲਿਆ, ਪਰ ਜੋ ਇਹਨਾਂ ਦਾ ਪਰਿਵਾਰ ਦਾ ਪਿਛੋਕੜ ਹੈ ਕਿ ਜਾ ਕੇ ਘਰਾਂ ਦੇ ਵਿੱਚ ਗਾਉਣਾ ਤੇ ਗਾ ਕੇ ਜੋ ਕੁਝ ਮਿਲਣਾ ਉਹ ਝੋਲੀ ਵਿੱਚ ਪਵਾ ਕੇ ਘਰ ਲੈ ਆਉਣਾ ਤੇ ਘਰ ਲਿਆ ਕੇ ਪਰਿਵਾਰ ਨੂੰ ਵੰਡ ਦੇਣਾ। ਘਰ ਦਾ ਗੁਜ਼ਾਰਾ ਚੱਲਦਾ ਸੀ। ਭਾਈ ਮਰਦਾਨਾ ਜੀ ਦਾ ਨਾਮ ਮਾਪਿਆਂ ਨੇ ਮਰ ਜਾਣਾ ਤੇ ਦੂਜਾ ਸੀ ਦਾਨਾ। ਇਹ ਦੋ ਨਾਮ ਚੱਲਦੇ ਨੇ, ਇੱਕ ਮਰ ਜਾਣਾ ਤੇ ਇੱਕ ਦਾਨਾ। ਕਹਿੰਦੇ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਦਾਨਾ ਨਹੀਂ ਮਰਦਾਨਾ, ਤੇ ਦੂਜਾ ਆਖਿਆ ਮਰ ਜਾਣਾ ਦਾ ਅਰਥ ਸੀ ਹੁਣ ਸਾਹਿਬ ਕਹਿੰਦੇ ਇਹ ਜਿਹਨੂੰ ਕਹਿੰਦੇ ਆ ਨਾ ਮਰ ਜਾਣਾ, ਹੁਣ ਇਹਦਾ ਨਾਂ ਹੈ ਮਰਦਾ ਨਾਂ। ਇਹ ਅੱਜ ਤੋਂ ਬਾਅਦ ਨਹੀਂ ਮਰਦਾ। ਇੱਕ ਤਾਂ ਇਹ ਉਹ ਦਾਨਾ ਹੈ ਜਿਹਨੂੰ ਕਹਿਣਗੇ ਲੋਕ ਮਰਦਾਨਾ, ਤੇ ਇੱਕ ਇਹ ਉਹ ਹੈ ਜਿਹੜਾ ਮਰਦਾ ਨਾਂ। ਇਹ ਅੱਜ ਤੋਂ ਬਾਅਦ ਨਹੀਂ ਮਰਦਾ, ਕਿਉਂਕਿ ਇਹਨੇ ਸ਼ਬਦ ਵਿੱਚ ਆਪਣੇ ਆਪ ਨੂੰ ਮਾਰ ਲਿਆ। ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਸ਼ਬਦ ਵਿੱਚ ਆਪਣਾ ਆਪਾ ਮਾਰ ਦਿੱਤਾ, ਕਿਉਂਕਿ ਇਸ ਤੋਂ ਪਹਿਲਾਂ 6 ਬੱਚੇ ਮਾਪਿਆਂ ਦੇ ਘਰ ਦੇ ਵਿੱਚ ਹੋਏ ਸੀ ਤੇ 6 ਦੇ 6 ਹੀ ਜਿਹੜੇ ਸੀ ਉਹ ਮੌਤ ਦੇ ਹਵਾਲੇ ਹੋ ਗਏ। ਤੇ ਜਦੋਂ ਭਾਈ ਮਰਦਾਨਾ ਜੀ ਦਾ ਜਨਮ ਹੋਇਆ ਨਾ ਤੇ ਮਾਪਿਆਂ ਨੇ ਕਿਹਾ ਸੀ ਮਰ ਜਾਣਾ, ਇਹਨੇ ਵੀ ਮਰ ਹੀ ਜਾਣਾ। ਪਰ ਇਹ ਨਹੀਂ ਸੀ ਪੜਾ ਇਸ ਮਰ ਜਾਣੇ ਨੇ ਮਰਦਾਨਾ ਬਣ ਕੇ ਸਦਾ ਲਈ ਗੁਰੂ ਨਾਨਕ ਜੀ ਦੇ ਹਿਰਦੇ ਵਿੱਚ ਬਹਿ ਜਾਣਾ। ਜਦੋਂ ਤੱਕ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਪ੍ਰਕਾਸ਼ ਹੈ ਭਾਈ ਮਰਦਾਨੇ ਦਾ ਨਾਮ ਹੈ। ਕਦੋਂ ਤੱਕ ਹੈ? ਜੁਗੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ। ਜੁਗਾਂ ਜੁਗਾਂ ਤੱਕ ਗੁਰੂ ਗ੍ਰੰਥ ਸਾਹਿਬ ਵਿੱਚ ਭਾਈ ਮਰਦਾਨਾ ਜੀ ਬੈਠੇ ਆ। ਗੁਰੂ ਨਾਨਕ ਸਾਹਿਬ ਨੇ ਸ਼ਬਦ ਉਚਾਰੇ ਨੇ। ਇੱਥੇ ਵੀ ਕਈਆਂ ਦਾ ਮਤ ਭੇਦ ਹੈ। ਕੋਈ ਕਹਿੰਦੇ ਭਾਈ ਮਰਦਾਨਾ ਜੀ ਦਾ ਸ਼ਬਦ ਹੈ, ਪਰ ਜੇ ਆਪਾਂ ਬਰੀਕੀ ਨਾਲ ਵਾਚਾਂਗੇ ਤੇ ਮਰਦਾਨਾ ਜੀ ਨੂੰ ਸੰਬੋਧਨ ਕਰਕੇ ਉਚਾਰਨ ਗੁਰੂ ਨਾਨਕ ਸਾਹਿਬ ਜੀ ਸ਼ਬਦ ਦਾ ਕਰਦੇ ਨੇ। ਪਰ ਗੁਰੂ ਗ੍ਰੰਥ ਸਾਹਿਬ ਵਿੱਚ ਨਾਮ ਤੇ ਮਰਦਾਨਾ ਜੀ ਦਾ ਬੈਠਾ ਹੈ ਨਾ। ਭਾਈ ਲਾਲੋ ਵੀ ਧੰਨ ਹੋ ਗਿਆ ਤੇ ਭਾਈ ਮਰਦਾਨਾ ਜੀ ਵੀ ਧੰਨ ਹੋ ਗਏ। ਭਾਈ ਲਾਲੋ ਦਾ ਵੀ ਨਾਮ ਗੁਰੂ ਗ੍ਰੰਥ ਸਾਹਿਬ, ਭਾਵ ਗੁਰੂ ਗ੍ਰੰਥ ਸਾਹਿਬ ਦਾ ਮਤਲਬ ਹੈ ਗੁਰੂ ਨਾਨਕ ਜੀ ਦੇ ਹਿਰਦੇ ਵਿੱਚ ਬੈਠੇ ਆ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸਗਾਈ ਹੋਈ ਤੇ ਮਰਦਾਨਾ ਜੀ ਤਲਵੰਡੀ ਤੋਂ ਚੱਲ ਕੇ ਸੁਲਤਾਨਪੁਰ ਆਏ। ਇੱਥੇ ਆਏ ਤੇ ਆ ਕੇ ਗਾਇਆ ਤੇ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਵੀ ਮਰਦਾਨਾ ਜੀ ਨੂੰ ਕਿੰਨਾ ਚਿਰ ਗਾਉਂਦਾ ਰਹੇਗਾ, ਕਿੰਨਾ ਚਿਰ ਘਰ ਘਰ ਇਸ ਤਰ੍ਹਾਂ ਫਿਰਦਾ ਘੁੰਮਦਾ ਰਹੇਗਾ। ਆ ਤੈਨੂੰ ਮੈਂ ਉਸ ਘਰ ਦੇ ਨਾਲ ਜੋੜਾਂ ਜਿਹਨੂੰ ਕਹਿੰਦੇ ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰੇ, ਘਰ ਤਾਂ ਤੇਰੇ ਸਭ ਕੁਛ ਹੈ ਜਿਸ ਦੇ ਸੋ ਪਾਵੇ। ਕਹਿੰਦੇ ਨੇ ਤੇਰੇ ਘਰ ਸਭ ਕੁਝ ਹੈ, ਮੈਂ ਤੈਨੂੰ ਉਹਦੇ ਘਰ ਦਾ ਗਵਈਆ ਬਣਾਵਾਂ। ਆ ਜੇ ਤੂੰ ਗਾਉਣਾ ਹੈ ਤੇ ਉਹਦੇ ਘਰ ਦੇ ਵਿੱਚ ਗਾ। ਤੇ ਜਦੋਂ ਗੁਰੂ ਸਾਹਿਬ ਜੀ ਨੇ ਕਿਹਾ ਸੀ ਨਾ ਜਾ ਭਾਈ ਫਰੰਦੇ ਕੋਲੋਂ ਰਬਾਬ ਲੈ ਕੇ ਆ, ਤੇ ਭਾਈ ਫਰੰਦੇ ਨੇ ਰਬਾਬ ਪਕੜਾਈ ਤੇ ਭਾਈ ਮਰਦਾਨਾ ਜੀ ਕਹਿੰਦੇ ਇਹਦੀ ਭੇਟਾ ਕਿੰਨੀ ਹੈ, ਇਹਦਾ ਮੁੱਲ ਕਿੰਨਾ ਹੈ? ਤੇ ਭਾਈ ਫਰੰਦੇ ਨੇ ਆਖਿਆ ਸੀ ਭਾਈ ਮਰਦਾਨਿਆ ਇਹਦਾ ਮੁੱਲ ਬਸ ਇੰਨਾ ਹੀ ਹੈ ਵੀ ਬਾਬੇ ਨਾਨਕ ਤੋਂ ਬਿਨਾਂ ਕਿਸੇ ਹੋਰ ਅੱਗੇ ਨਾ ਵਜਾਈ। ਇਹ ਵਜੇ, ਇਹਦੀ ਤਾਰ ਛਿੜੇ, ਇਹਦੇ ਨਾਲ ਸ਼ਬਦ ਦਾ ਸੁਮੇਲ ਹੋਣਾ ਹੈ। ਉਹ ਸ਼ਬਦ ਜਿਹਨੂੰ ਬਾਬੇ ਨੇ ਆਖਣਾ ਜੈਸੀ ਮੈਂ ਆਵੈ ਖਸਮ ਕੀ ਬਾਣੀ। ਇਹ ਖਸਮ ਦੀ ਬਾਣੀ ਨਾਲ ਇਹ ਤਾਰ ਵੱਜਣੀ ਹੈ। ਇਸ ਲਈ ਤੂੰ ਕਦੇ ਬਾਬੇ ਨਾਨਕ ਤੋਂ ਸਿਵਾ ਕਿਸੇ ਹੋਰ ਅੱਗੇ ਨਾ ਵਜਾਈ ਤੇ ਤੇਰੇ ਘਰ ਦੇ ਵਿੱਚ ਕਦੇ ਤੋਟ ਨਹੀਂ ਆਏਗੀ। ਤੇ ਇਹ ਮੇਰੀ ਰਬਾਬ ਦਾ ਮੁੱਲ ਵੀ ਮੈਨੂੰ ਮਿਲ ਜਾਏਗਾ। ਬਾਕੀ ਆਹ ਦਮੜੇ ਜਿਹੜੇ ਤੂੰ ਲੈ ਕੇ ਆਇਆ ਇਹ ਤੇ ਇਹਦਾ ਮੁੱਲ ਦਿੱਤਾ ਹੀ ਨਹੀਂ ਜਾ ਸਕਦਾ। ਉਹ ਰਬਾਬ ਕਿੰਨੀ ਕਮਾਲ ਦੀ ਸੀ ਜਿਹੜੀ ਭਾਈ ਫਰੰਦੇ ਨੇ ਤਿਆਰ ਕੀਤੀ। ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ ਤੁਰੇ ਨੇ। ਬੜੀਆਂ ਔਂਕੜਾਂ ਆਈਆਂ ਨੇ, ਮੁਸ਼ਕਲਾਂ ਆਈਆਂ ਨੇ, ਸਾਡੇ ਜੀਵਨ 'ਚ ਆਉਂਦੀਆਂ ਨੇ। ਅਸੀਂ ਤੇ ਕਈ ਵਾਰ ਦੇਖੀਦਾ ਕਈ ਗੁਰੂ ਘਰ ਦਾਰੀ ਛੱਡ ਬੈਠਦੇ ਨੇ, ਬਾਣੀ ਪੜ੍ਹਨੀ ਛੱਡ ਜਾਂਦੇ ਨੇ। ਪਰ ਭਾਈ ਮਰਦਾਨਾ ਜੀ ਤੋਂ ਸਿੱਖੋ, ਹਰ ਮੁਸ਼ਕਲਾਂ ਔਂਕੜਾਂ ਦਾ ਸਾਹਮਣਾ ਕੀਤਾ ਇਹ ਕਹਿ ਕੇ ਵੀ ਬਾਬਾ ਨਾਨਕ ਜੀ ਤੁਸੀਂ ਮੇਰੇ ਨਾਲ ਹੋ, ਜਾਂ ਤੂੰ ਮੇਰੇ
ਵੱਲ ਹੈ ਤਾਂ ਕਿਆ ਮੋਹ ਛੰਦਾ। ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਕਹਿ ਕੇ ਤਾਂ ਵੇਖੀਏ ਕਿ ਜੇ ਤੁਸੀਂ ਸਾਡੇ ਨਾਲ ਹੋ ਤੇ ਸਾਨੂੰ ਕਿਸ ਗੱਲ ਦੀ ਪਰਵਾਹ, ਡਰ ਹੈ। ਅਸੀਂ ਕਹਿੰਦੇ ਕੋਈ ਨਹੀਂ, ਬਸ ਜੁੜੇ ਉੱਪਰੋਂ ਆ। ਜਦੋਂ ਕੋਈ ਹਵਾ ਚੱਲਦੀ ਹੈ ਤੇ ਡੋਲ ਕੇ ਰੁੱਖ ਬਦਲ ਜਾਂਦਾ ਹੈ। ਅਸੀਂ ਹੋਰ ਪਾਸੇ ਮੁੱਖ ਕਰਕੇ ਤੁਰ ਪੈਂਦੇ ਹਾਂ। ਕਿਸੇ ਵੇਲੇ ਭਰੋਸੇ ਨਾਲ ਕਹਿ ਕੇ ਵੇਖੋ, ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ, ਤੂੰ ਸਭ ਕੁਛ ਮੈਨੂੰ ਸੌਂਪਿਆ, ਜਾਂ ਤੇਰਾ ਬੰਦਾ ਲਖਮੀ ਟੋਟ ਨਾ ਆਵਈ ਖਾਏ ਖਰਚ ਰਹੰਦਾ। ਮਾਲਕ ਜੀ ਟੋਟ ਹੀ ਕੋਈ ਨਹੀਂ ਹੈ, ਜਾਂ ਤੂੰ ਮੇਰੇ ਵੱਲ ਹੈ। ਭਾਈ ਮਰਦਾਨਾ ਜੀ ਸਿਰ ਝੁਕਦਾ ਤੁਹਾਡੇ ਕਦਮਾਂ ਵਿੱਚ, ਤੁਹਾਨੂੰ ਅੱਗੇ ਕਰਕੇ ਸੱਜਣ ਨੂੰ ਤਾਰ ਦਿੱਤਾ, ਤੁਹਾਨੂੰ ਅੱਗੇ ਕਰਕੇ ਬਾਬੇ ਨਾਨਕ ਨੇ ਵਲੀ ਕੰਧਾਰੀ ਵਰਗੇ ਨੂੰ ਤਾਰ ਦਿੱਤਾ। ਬੜੇ ਬੜੇ ਜਿਹੜੇ ਗੁਨਾਹਗਾਰ ਸਨ, ਹੰਕਾਰੀ ਵਿਕਾਰੀ, ਆਪਣੇ ਰਾਹ ਤੋਂ ਖੁੰਝੇ ਹੋਏ ਸਨ, ਤੁਹਾਨੂੰ ਭੁੱਖ ਪਿਆਸ ਲਾ ਕੇ ਬਾਬੇ ਨਾਨਕ ਜੀ ਨੇ ਅੱਗੇ ਕਰਕੇ ਤੋਰਿਆ। ਚੱਲ ਭਾਈ ਮਰਦਾਨਿਆ, ਅੱਗੇ ਚੱਲ, ਇਹ ਜਿਨ੍ਹਾਂ ਦੇ ਕੋਲ ਤੂੰ ਜਾਏਗਾ ਤੇਰੇ ਕਰਕੇ ਇਹਨਾਂ ਦਾ ਵੀ ਉਧਾਰ ਹੋ ਜਾਣਾ ਹੈ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਕਹਿੰਦੇ ਨੇ ਭਾਈ ਮਰਦਾਨਾ ਜੀ ਸਫ਼ਰ ਕਰਦੇ ਆ, ਹਰ ਔਂਕੜ ਮੁਸ਼ਕਲ ਦੀ ਘੜੀ ਵਿੱਚੋਂ ਗੁਰੂ ਸਾਹਿਬ ਜੀ ਕੱਢ ਕੇ ਨਾਲ ਰੱਖਦੇ ਨੇ। ਉਹ ਭਾਈ ਮਰਦਾਨਾ ਜੀ 1534 ਦੇ ਕਰੀਬ ਫਿਰ ਸਰੀਰਕ ਚੋਲਾ ਆਪਣਾ ਜਦੋਂ ਤਿਆਗਦੇ ਆ ਨਾ, ਤੇ ਉਹ ਵੀ ਅਖੀਰ ਤੇ ਆਹ ਗੱਲ ਕਹਿੰਦੇ ਆ, ਜਿਹੜਾ ਅੱਜ ਸ਼ਬਦ ਹੈ, ਨਾਨਕ ਨਾਮ ਨਾ ਵਿਸਰੋ ਕਰ ਆਪਣੀ ਹਰ ਮਿਆਂ। ਬਸ ਮੇਰੇ ਤੇ ਇੱਕੋ ਮੇਰ ਰੱਖੀ ਮਾਲਕਾ, ਕਿਉਂਕਿ ਤੁਸੀਂ ਕਹਿੰਦੇ ਹੋ ਬਾਬਾ ਮੜੀ ਨਾ ਗੌਰ, ਤੇ ਮੈਨੂੰ ਮੜੀਆਂ ਤੇ ਕਬਰਾਂ ਵਿੱਚ ਕੁਝ ਨਹੀਂ ਚਾਹੀਦਾ। ਬਸ ਆਹ ਜਿਹੜੀ ਦੇਹਰਾ ਹੈ ਨਾ, ਆਹ ਕਬਰ ਜਿਹੜੀ ਹੈ, ਇਹਦੇ ਵਿੱਚੋਂ ਕੱਢ ਕੇ ਸਦਾ ਲਈ ਆਪਣੇ ਵਿੱਚ ਲੀਨ ਕਰ ਲੈ। ਤੇ ਗੁਰੂ ਸਾਹਿਬ ਨੇ ਕਿਹਾ ਸੀ, ਭਾਈ ਮਰਦਾਨਿਆ, ਇੰਨੇ ਕਦਮ ਤੂੰ ਮੇਰੇ ਨਾਲ ਤੁਰਿਆ, ਹਜੇ ਵੀ ਅਧੂਰਾ ਰਹਿ ਜਾਏਗਾ। ਆ ਮੈਂ ਤੈਨੂੰ ਆਪਣੇ ਹਿਰਦੇ ਵਿੱਚ ਥਾਂ ਦੇ ਦਿਆਂ, ਜਿੱਥੋਂ ਕੋਈ ਨਹੀਂ ਕੱਢ ਸਕਦਾ। ਅੱਜ ਵੀ ਗੁਰੂ ਗ੍ਰੰਥ ਸਾਹਿਬ ਦੇ ਹਿਰਦੇ 'ਚ ਮਰਦਾਨਾ ਜੀ ਬੈਠੇ ਨੇ, ਜਿੱਥੋਂ ਕੋਈ ਦੁਨੀਆ ਦੀ ਤਾਕਤ ਨਹੀਂ ਕੱਢ ਸਕਦੀ ਹੈ। ਇਸ ਲਈ ਆਪਾਂ ਵੀ ਇੰਨੇ ਪਿਆਰ ਨਾਲ ਭੇਜ ਕੇ ਆਈਏ ਕਿ ਗੁਰੂ ਨਾਨਕ ਸਾਹਿਬ ਸਾਨੂੰ ਵੀ ਆਪਣੇ ਹਿਰਦੇ 'ਚ ਥਾਂ ਦੇ ਦੇਣ। ਤੇ ਜਦੋਂ ਥਾਂ ਦੇ ਦੇਣਗੇ ਫਿਰ ਆਉਣਾ ਜਾਣਾ ਸਾਡਾ ਵੀ ਮੁੱਕ ਜਾਏਗਾ। ਐਸੇ ਬਖਸ਼ਿਸ਼ਾਂ ਦੇ ਮਾਲਕ ਭਾਈ ਮਰਦਾਨਾ ਜੀ, ਜਿਨ੍ਹਾਂ ਨੇ ਅੱਜ ਦੇ ਦਿਨ ਸਰੀਰਕ ਚੋਲਾ ਤਿਆਗ ਕੇ ਸਦਾ ਲਈ ਨਿਰੰਕਾਰ ਦੇ ਵਿੱਚ ਲੀਨ ਹੋ ਗਏ ਨੇ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਆ, ਮਨ ਤੂੰ ਵੀ ਐਸੇ ਦੀ ਸ਼ਰਨ ਦੇ ਵਿੱਚ ਆ, ਤੇ ਆ ਕੇ ਪਰਮੇਸ਼ਵਰ ਦੇ ਨਾਮ ਨੂੰ ਸਿਮਰਿਆ ਕਰ, ਤੈਨੂੰ ਕੋਈ ਦੁੱਖ ਨਹੀਂ ਵਿਆਪੇਗਾ। ਅਸੀਂ ਵੀ ਆਪਣੇ ਆਪਣੇ ਮਨ ਨੂੰ ਆਵਾਜ਼ ਦਈਏ, ਹਰ ਬਿਨ ਅਵਰ ਨ ਕੋਏ ਮੇਰੇ ਮਨ, ਹਰ ਬਿਨ ਅਵਰ ਨ ਕੋਏ, ਹਰ ਬਿਨ ਹਰ ਬਿਨ ਅਵਰ ਨ ਕੋਏ ਮੇਰੇ ਮਨ, ਹਰ ਬਿਨ ਅਵਰ ਨ ਕੋਏ, ਹਰ ਬਿਨ ਪ੍ਰਭ ਸ਼ਰਨਾਈ ਸਦਾ ਰਹੋ, ਪ੍ਰਭ ਸ਼ਰਨਾਈ ਸਦਾ ਰਹੋ। ਦੁਖ ਨ ਵਿਆਪੈ ਕੋਏ, ਦੁਖ ਨ ਵਿਆਪੈ ਕੋਏ, ਦੁਖ ਨ ਹਰ ਬਿਨ ਅਵਰ ਨ ਕੋਏ ਮੇਰੇ ਮਨ, ਹਰ ਬਿਨ ਅਵਰ ਨ ਕੋਏ, ਹਰ ਬਿਨ ਵਾਹਿਗੁਰੂ 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 ਵਾਹਿਗੁਰੂ
ਹਰ ਬਿਨ ਅਵਰ ਨ ਕੋਇ ਮੇਰੇ ਮਨ, ਹਰ ਬਿਨ ਅਵਰ ਨ ਕੋਇ, ਹਰ ਬਿਨ। ਆਪਣੇ ਆਪਣੇ ਮਨ ਨੂੰ ਆਵਾਜ਼ ਦੇ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨੀ ਲਾਈਏ, ਬਾਣੇ ਬਾਣੀ ਦੇ ਧਾਰਨੀ ਬਣੀਏ, ਤਾਂ ਕਿ ਲੋਕ ਸੁਖੀਏ ਪਰਲੋਕ ਸੁਹੇਲਨੇ, ਨਾਨਕ ਹਰਿ ਪ੍ਰਭ ਆਪੇ ਮਿਲੇ ਜੀਵਨ ਬਣ ਸਕੇ। ਅੱਜ ਦੀ ਵਿਚਾਰ ਕਰਦੇ ਹਾਂ, ਬੇਅੰਤ ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਸਭਨਾਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਗੁਰੂ ਅਰਜਨ ਦੇਵ ਪਾਤਸ਼ਾਹ ਦੇ ਪਾਵਨ ਬਚਨ ਆਪਣੇ ਹਿਰਦੇ ਅੰਦਰ ਵਸਾ ਲਈਏ ਜੀ। ਰਾਖ ਲਿਹੋ ਪ੍ਰਭ ਕਰਨਹਾਰ, ਜੀ ਜੰਤ ਕਰ ਦਇਆ। ਬਿਨ ਪ੍ਰਭ ਕੋਇ ਨਾ ਰਖਣ ਹਾਰ, ਮਹਾ ਬਿਕਟ ਜਮ ਭਇਆ। ਨਾਨਕ ਨਾਮ ਨਾ ਵਿਸਰੋ, ਕਰ ਆਪਣੀ ਹਰ ਮਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।